ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੀ ਟੀਮ ਅੱਜ ਹਾਲੈਂਡ ਪਾਰਕ ਵਿੱਚ ਪਹੁੰਚੀ ਹੋਈ ਹੈ, ਜਿੱਥੇ ਮੁਸਲਿਮ ਪਰਿਵਾਰ ਓਨਟਾਰੀਓ ਲੰਡਨ ਦੇ ਵਿੱਚ, ਕੈਨੇਡਾ ਦੇ ਓਨਟਾਰੀਓ ਲੰਡਨ ਦੇ ਵਿੱਚ ਮੁਸਲਿਮ ਪਰਿਵਾਰ ਦੇ ਨਾਲ ਜਿਸ ਤਰੀਕੇ ਦੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਅੱਜ ਕੈਂਡਲ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਸਾਰੇ ਇੱਥੇ ਇਕੱਤਰ ਹੋਏ ਨੇ ਔਰ ਬਹੁਤ ਹੀ ਇਹ ਦੁਖਦਾਈ ਘਟਨਾ ਵਾਪਰੀ ਹੈ, ਜਿਸ ਨੂੰ ਲੈ ਕੇ ਸਭ ਦੇ ਦਿਲਾਂ ਦੇ ਵਿੱਚ ਇੱਕ ਰੋਸ ਹੈ। ਬਹੁਤ ਜ਼ਿਆਦਾ ਜਿਹੜੇ ਕਮਿਊਨਿਟੀ ਦੇ ਲੋਕ ਕਹਿ ਸਕਦੇ ਹਾਂ ਉਹ ਇਸ ਵੇਲੇ ਪਰੇਸ਼ਾਨ ਦਿਖਾਈ ਦੇ ਰਹੇ ਨੇ, ਉਹਨਾਂ ਦੇ ਅੰਦਰ ਦੁੱਖ ਹੈ ਔਰ ਨਾ ਸਿਰਫ ਮੁਸਲਿਮ ਕਮਿਊਨਿਟੀ ਦੇ ਵਿੱਚ ਬਲਕਿ ਹੋਰ ਕਮਿਊਨਿਟੀਆਂ ਵੀ ਜਿਹੜੀਆਂ ਨੇ ਇੱਥੇ ਇਕੱਤਰ ਹੋਈਆਂ ਨੇ ਔਰ ਉਹ ਸਾਰੇ ਇੱਥੇ ਪਹੁੰਚੇ ਨੇ ਅੱਜ ਜਿਹੜੇ ਮ੍ਰਿਤਕ ਨੇ ਉਹਨਾਂ ਨੂੰ ਯਾਦ ਕਰਨ ਦੇ ਲਈ। ਤੁਹਾਨੂੰ ਸਾਰਿਆਂ ਨੂੰ ਚੇਤਾ ਹੋਏਗਾ ਕਿ ਓਨਟਾਰੀਓ ਦੇ ਵਿੱਚ, ਓਨਟਾਰੀਓ ਦੇ ਲੰਡਨ ਦੇ ਵਿੱਚ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ, 4 ਫੈਮਿਲੀ ਮੈਂਬਰ ਸੀਗੇ ਮੁਸਲਿਮ ਪਰਿਵਾਰ ਦੇ ਜੋ ਕਿ ਘਰੋਂ ਨਿਕਲੇ ਸੀਗੇ ਸੈਰ ਕਰਨ ਦੇ ਲਈ, ਤੇ ਜਿਸ ਵੇਲੇ ਰੋਡ ਕ੍ਰੋਸ ਕਰਨ ਲੱਗੇ ਸੀਗੇ ਉਹ ਪਾਰਕ ਦੇ ਵਿੱਚ ਸੈਰ ਕਰਨ ਦੇ ਲਈ, ਤਾਂ ਉਸ ਵੇਲੇ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰੀ। ਉਹ ਟਰੱਕ ਨੇ ਉਹਨਾਂ ਨੂੰ ਰੌਂਦ ਦਿੱਤਾ, ਜਿਸ ਵਿੱਚ ਪਰਿਵਾਰ ਦੇ 4 ਜੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਤੇ ਇੱਕ ਬੱਚਾ ਜਿਹੜਾ ਉਹਨਾਂ ਦਾ ਬੇਟਾ ਹੈ 9 ਸਾਲ ਦਾ, ਉਹ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਉਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਪਰ ਉਸ ਦਾ ਇਲਾਜ ਚੱਲ ਰਿਹਾ ਤੇ ਕਿਹਾ ਜਾ ਰਿਹਾ ਕਿ ਪਹਿਲਾਂ ਨਾਲੋਂ ਉਸ ਦੀ ਹਾਲਤ ਠੀਕ ਹੈ। ਇਸ ਘਟਨਾ ਤੋਂ ਬਾਅਦ ਜਿਹੜਾ ਹੈ ਕੈਨੇਡਾ ਦੇ ਵਿੱਚ ਹਰ ਥਾਂ ਰੋਸ ਪਾਇਆ ਜਾ ਰਿਹਾ ਔਰ ਲੋਕਾਂ ਦੇ ਵਿੱਚ ਇੱਕ ਨਮੋਸ਼ੀ ਹੈ। ਕਮਿਊਨਿਟੀ ਦੇ ਲੋਕ ਡਰਨ ਲੱਗ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਵੀ ਸਿਰਫ ਸੈਰ ਕਰਨ ਦੇ ਲਈ ਘਰੋਂ ਨਿਕਲਿਆ ਸੀ, ਪਰ ਉਸ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਉਹ ਸ਼ਾਇਦ ਉਹਨਾਂ ਦਾ ਆਖਰੀ ਸਫ਼ਰ ਹੈ ਤੇ ਇਸ ਸੈਰ ਤੋਂ ਬਾਅਦ ਉਹ ਘਰ ਆਪਣੇ ਵਾਪਸੀ ਕਰ ਹੀ ਨਹੀਂ ਪਾਉਣਗੇ। ਇਸ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦਾ ਰੋਸ ਦੇਖਿਆ ਜਾ ਰਿਹਾ ਹੈ। ਬਾਕੀ ਕਮਿਊਨਿਟੀਆਂ ਵੀ ਡਰ ਚੁੱਕੀਆਂ ਨੇ। ਕੈਨੇਡਾ ਦੇ ਮਾਹੌਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਇਸੇ ਤੇ ਅੱਜ ਜਾਣਨ ਦੇ ਲਈ ਇਸ ਘਟਨਾ ਬਾਬਤ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਜੁੜ ਸਕਣ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਸਕੀਏ ਇਸ ਘਟਨਾ ਸੰਬੰਧੀ। ਸਾਡੇ ਨਾਲ ਇੱਥੇ ਬਿਲਾਲ ਚੀਮਾ ਜੀ ਵੀ ਜੁੜੇ ਹੋਏ ਨੇ। ਬਿਲਾਲ ਜੀ, ਬਹੁਤ ਹੀ ਇਹ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਜਿਹੜੀ ਵਾਪਰੀ ਹੈ ਔਰ ਲੋਕਾਂ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਤੁਸੀਂ ਐਕਸਪਰਟ ਹੋ ਇਸ ਚੀਜ਼ ਦੇ, ਮੁਸਲਿਮ ਫੈਮਲੀਜ਼ ਦੇ ਵਿੱਚ ਵਿਚਰਦੇ ਹੋ, ਬਹੁਤ ਸਾਰੀ ਇਸ ਮੁੱਦੇ ਦੇ ਉੱਤੇ ਤੁਹਾਡੀ ਪਕੜ ਹੈ। ਇਸ ਘਟਨਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੇਲੇ? ਅਸੀਂ ਕੀ ਕਹਿ ਸਕਣਾ, ਮੈਂ ਇਹ ਪਹਿਲੀ ਵਾਰੀ ਨਹੀਂ ਹੋਇਆ। ਪਿਛਲੇ ਸਾਲ ਵੀ ਆਪਣੇ ਟੋਰਾਂਟੋ 'ਚ ਮਸਜਿਦ ਦੀ ਪਾਰਕਿੰਗ ਲਾਟ 'ਚ ਇੱਕ ਅਜ਼ਾਨ ਦੇਣ ਵਾਲੇ ਨੂੰ ਉਹਨਾਂ ਨੇ ਨਾਈਫ ਲੈ ਕੇ ਉਹਦੀ ਗਰਦਨ ਕੱਟ ਦਿੱਤੀ ਔਰ ਉਹ ਵੀ ਮੋਟੀਵੇਟਡ ਸੀ, ਆਨਲਾਈਨ ਤੋਂ ਯੰਗ ਸੀ, ਉਹਨਾਂ ਨੂੰ ਵੀ ਪਤਾ ਨਹੀਂ ਕਿੰਨੀ ਨਫ਼ਰਤ ਭੜੀ ਸੀ ਉਹਦੇ 'ਚ। ਐਂਡ ਫਿਰ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ 4 ਸਾਲ ਪਹਿਲਾਂ ਮਸਜਿਦ 'ਚ ਕੀ ਹੋਇਆ ਸੀ ਕੁਬੈਕ 'ਚ। ਆਈ ਡੋਂਟ ਨੋ, ਆਈ ਐਮ ਕਨਫਿਊਜ਼ਡ। ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਹਿ ਸਕਦੇ ਹਾਂ। ਜਦੋਂ ਮੈਂ ਸੁਣਿਆ ਮੰਡੇ ਨੂੰ ਸਵੇਰੇ ਨੂੰ, ਸ਼ਾਮ ਨੂੰ ਮੇਰੇ ਬੱਚੇ ਪਰ ਪੂੜ ਕੇ ਜਾਣ ਲੱਗੇ ਸੀ ਬਾਹਰ, ਮੈਂ ਜਾਣ ਨਹੀਂ ਦਿੱਤਾ। ਮੈਨੂੰ ਥੋੜ੍ਹਾ ਜਿਹਾ ਅੰਦਰੋਂ ਡਰ ਸੀ ਕਿ ਇਹ ਸਾਡੇ ਨਾਲ ਵੀ ਹੋ ਸਕਦਾ। ਪਹਿਲਾਂ ਅਸੀਂ ਸੁਣਦੇ ਹੁੰਦੇ ਸਾਂ ਕਿ ਇਹ ਚੀਜ਼ਾਂ ਅਮਰੀਕਾ 'ਚ ਹੁੰਦੀਆਂ ਨੇ। ਹਾਂ, ਇਹ ਜਿਹੜੀ ਕੌਨਫਲਿਕਟ ਹੈ, ਇਹ ਜਿਹੜੀ ਫੇਥ ਬੇਸਡ ਜਿਹੜੀ ਕੌਨਫਲਿਕਟ ਹੈ, ਉਹ ਬਹੁਤ ਦੂਰ ਜਗ੍ਹਾ ਨਿਊਜ਼ੀਲੈਂਡ ਹੁੰਦੀਆਂ ਨੇ। ਹੁਣ ਤੇ ਕੈਨੇਡਾ ਬਹੁਤ ਫ੍ਰੀ ਲੱਗਦਾ ਸੀ, ਪਰ ਇਹ ਜਿਹੜਾ ਆਪਣਾ ਕੈਨੇਡਾ ਹੈ ਨਾ, ਸਾਨੂੰ ਲੱਗਦਾ ਤਾਂ ਫ੍ਰੀ ਹੈ, ਪਰ ਅਸੀਂ ਆਪਣੇ ਜਿਹੜੇ ਹਿਸਟਰੀ ਹੈ ਨਾ, ਥੋੜ੍ਹੇ ਜਿਹੇ ਅਸੀਂ ਉਹਨਾਂ ਨੂੰ ਕਵਰ ਕਰ ਦਿੰਦੇ ਹਾਂ ਅਸੀਂ, ਬਿਕਾਜ਼ ਆਪਣੇ ਹਿਸਟਰੀ 'ਚ ਵੀ ਬਹੁਤ ਵਾਇਲੈਂਸ ਨੇ, ਬਹੁਤ ਰੇਸਿਜ਼ਮ, ਸਾਰੀ ਚੀਜ਼ਾਂ ਅਸੀਂ ਆਪਣੀ ਹਿਸਟਰੀ 'ਚ ਲਿਖੀਆਂ ਨੇ। ਅਸੀਂ ਇੱਕ ਦੂਸਰੇ ਨੂੰ ਜਿਹੜੀ ਸਕੂਲ ਸਿਸਟਮ ਹੈ ਉਹ ਸਿਖਾਉਂਦੀਆਂ ਨਹੀਂ ਸਾਨੂੰ, ਓਕੇ, ਬੱਚਿਆਂ ਨੂੰ। ਅਤੇ ਜਿਹੜੀ ਅਸੀਂ ਡਿਵਰਸ ਕਮਿਊਨਿਟੀ 'ਚ ਰਹਿੰਦੇ ਹਾਂ, ਅਸੀਂ ਕਹਿੰਦੇ ਜ਼ਰੂਰ ਆ ਕਿ ਅਸੀਂ ਡਿਵਰਸ ਕਮਿਊਨਿਟੀ 'ਚ, ਪਰ ਉਹ ਜਿਹੜੀ ਬਿਊਟੀ ਹੈ ਨਾ ਡਿਵਰਸਿਟੀ ਦੀ, ਉਹ ਸਕੂਲ 'ਚ ਨਹੀਂ ਸਿਖਾਉਂਦੇ। ਅਸੀਂ ਘਰਾਂ 'ਚ ਵੀ ਨਹੀਂ ਅਸੀਂ ਸਿਖਾਉਂਦੇ ਕਿ ਦੂਸਰੇ ਜਿਹੜੇ ਮੁਖਤਲਿਫ ਲੋਕ ਨੇ ਉਹ ਕਿੱਥੋਂ ਆਉਂਦੇ ਨੇ, ਉਹਨਾਂ ਦੀ ਬਿਲੀਫ ਸਿਸਟਮ ਕੀ ਹੈ, ਇੱਕ ਬਾਰੇ 'ਚ ਅਸੀਂ ਲਰਨ ਨਹੀਂ ਕਰਦੇ। ਐਂਡ ਦਿਸ ਇਜ਼ ਦ ਪ੍ਰੋਬਲਮ। ਐਂਡ ਜਿਹੜੀ ਪਿਛਲੇ 20 ਸਾਲ 'ਚ ਸਿੰਸ 2001 ਜਿਹੜੇ ਹਾਲੀਵੁੱਡ 'ਚ ਆਪਣੀ ਪੋਰਟਰੇਲ ਹੋਈ ਹੈ ਮੁਸਲਮਾਨਾਂ ਦੀ ਕਿ ਉਹ ਅਲੱਗ ਨੇ, ਉਹ ਅਸੀਂ ਵੈਸਟਰਨ ਆ, ਉਹ ਅਲੱਗ ਨੇ, ਹੈ ਨਾ। ਹਮੇਸ਼ਾ ਸਾਨੂੰ ਮੁਸਲਮਾਨਾਂ ਨੂੰ ਵਿਲਨ ਬਣਾਇਆ ਗਿਆ। ਐਂਡ ਉਹ ਜਿਹੜਾ ਨਾ ਅਸਰ ਬੱਚਿਆਂ 'ਤੇ, ਬਿਕਾਜ਼ ਇਫ ਯੂ ਲੁੱਕ, ਜਿਹੜੇ ਪਰਪੇਟਰੇਟਰਸ ਨੇ ਨਾ ਇਸ ਚੀਜ਼ਾਂ ਦੇ, ਦੇ ਯੰਗ, ਉਹਨਾਂ ਨੂੰ ਕੀ ਪਤਾ, ਉਹਨਾਂ ਨੇ ਜ਼ਿੰਦਗੀ ਐਕਸਪੀਰੀਅੰਸ ਕੀ ਕੀਤੀ, ਉਹਨਾਂ ਨੇ ਨਫ਼ਰਤ, ਇੰਨੀ ਜਿਹੜੀ ਨਫ਼ਰਤ ਹੈ ਉਹਨਾਂ ਨੇ ਸਿੱਖੀ ਕਿੱਥੋਂ? ਆਨਲਾਈਨ, ਰਾਈਟ, ਆਨਲਾਈਨ। ਇਹ ਜਿਹੜੇ ਸ਼ੋਅ ਨੇ ਉਹ ਸਾਰਾ ਕੁਛ ਉਹਨਾਂ ਦੇ ਦਿਮਾਗ 'ਚ ਪੈ ਕੇ ਦੈਨ ਦੇ ਗੈਟ ਰਿਕਰੂਟਡ, ਉਹਨਾਂ ਨੂੰ ਇੰਨਾ ਕੁਛ ਇਨਫੋਰਮੇਸ਼ਨ ਦੇ ਦੂ ਕੇ ਉਹ ਬ੍ਰੇਨ ਵਾਸ਼ ਹੋ ਕੇ ਇਹ ਫਿਰ ਨਤੀਜਾ ਇਹ ਹੁੰਦਾ ਕਿ they go carry out this kind of act, violent act।
ਸੋ ਕਿੱਥੇ ਬਿਲਾਲ ਜੀ ਕਿੱਥੇ ਫਿਰ ਕਮੀ ਰਹਿ ਜਾਂਦੀ ਹੈ? ਸਰਕਾਰਾਂ ਕਹਿੰਦੀਆਂ ਨੇ ਅਵੇਅਰਨੈਸ ਪ੍ਰੋਪਰ ਕੀਤੀ ਜਾਂਦੀ ਹੈ, ਤੁਸੀਂ ਕਹਿ ਰਹੇ ਹੋ ਸਕੂਲਾਂ ਕਾਲਜਸ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਨਿਸ਼ਾਨਾ ਬਣਾਏ ਜਾਂਦੇ ਨੇ, ਨਸਲੀ ਟਿੱਪਣੀਆਂ ਉਹਨਾਂ ਨੂੰ ਕੀਤੀਆਂ ਜਾਂਦੀਆਂ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਤੁਸੀਂ ਕਹਿੰਦੇ ਮੁਸਲਿਮ ਕਮਿਊਨਿਟੀ ਜਿਹੜੀ ਹੈ, ਮੁਸਲਿਮਾਂ ਬਾਰੇ ਜਿਹੜੀ ਹੈ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਗਲਤ ਤਰੀਕੇ ਨਾਲ ਉਹਨਾਂ ਦੀ ਪਹਿਚਾਣ ਨੂੰ ਜਿਹੜਾ ਪ੍ਰੈਜ਼ੈਂਟ ਕਰਦੇ ਨੇ। ਸੋ ਫਿਰ ਕਮੀ ਕਿੱਥੇ ਰਹਿ ਜਾਂਦੀ? ਜਦੋਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਆਏ ਆ ਤਾਂ ਕੈਨੇਡਾ ਦੇ ਵਿੱਚ ਇਦਾਂ ਲੱਗਦਾ ਵੀ ਇੱਥੇ ਸਾਰੀਆਂ ਕਮਿਊਨਿਟੀਆਂ ਇਕੁਐਲਿਟੀ ਨੂੰ ਸਪੈਸ਼ਲੀ ਬਹੁਤ ਅੱਗੇ ਮੁੱਦਾ ਜਿਹੜਾ ਹਮੇਸ਼ਾ ਸਰਕਾਰਾਂ ਵੀ ਇਹੀ ਗੱਲ ਕਹਿੰਦੀਆਂ ਨੇ, ਤਾਂ ਫਿਰ ਕਮੀ ਕਿੱਥੇ ਰਹਿ ਜਾਂਦੀ? ਜੇ ਅੱਜ ਵੀ ਇਹ ਘਟਨਾਵਾਂ ਹੋ ਰਹੀਆਂ ਨੇ ਤਾਂ ਫਿਰ ਅਜੇ ਵੀ ਕੈਨੇਡਾ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ। ਕੈਨੇਡਾ ਦੇ ਵਿੱਚ ਕੀ ਲੋਕ ਸੋਚਣ? ਤਾਂ ਆਮ ਜਨਤਾ ਜਿਹੜੀ ਹੈ, ਜਿਹੜੇ ਆਮ ਲੋਕ ਹੈ ਉਹ ਘਰਾਂ 'ਚ ਨਿਕਲਣ ਤੋਂ ਡਰਨ ਲੱਗ ਗਏ ਨੇ। ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਮੈਂ ਵੀ ਬਾਹਰ ਨਿਕਲਣਾ ਸੀ ਤਾਂ ਮੇਰੇ ਵੀ ਅੰਦਰ ਡਰ ਸੀਗਾ ਕਿ ਹੁਣ ਕਿਤੇ ਅਗਲਾ ਨਿਸ਼ਾਨਾ ਕੌਣ ਹੋਏਗਾ। ਸੋ ਇਹ ਸਵਾਲ ਕਦੋਂ ਖਤਮ ਹੋਏਗਾ? ਸੀ ਇਹ ਸਿਰਫ ਤੁਸੀਂ ਸਰਕਾਰ ਦੀ ਗੱਲ ਕੀਤੀ ਨਾ, ਸਰਕਾਰ ਪਤਾ ਕੀ ਕਰਦੇ ਨੇ, ਸਾਨੂੰ ਇੰਗਲਿਸ਼ ਦੀ ਵਰਡ ਮੈਨੂੰ ਪੰਜਾਬੀ ਚ ਨਹੀਂ ਆਉਂਦੀ ਪਰ ਪਲੈਟਿਟਿਊਡਸ ਦੱਸਦੇ ਨੇ ਸਾਨੂੰ, ਗੱਲਾਂ ਚ ਸਾਨੂੰ ਦੱਸ ਦਿੰਦੇ ਨੇ, ਪਰ ਜਿਹੜਾ ਅਸਲੀ ਕੰਮ ਹੁੰਦਾ ਨਾ ਪਿੱਛੇ ਉਹ ਹੁੰਦਾ ਨਹੀਂ, ਰਾਈਟ? ਬਿਕਾਜ਼ ਆਪਣਾ ਜਿਹੜਾ ਸਿਸਟਮ ਆ ਉਹ ਇਲੈਕਸ਼ਨ ਸਾਈਕਲ ਦਾ ਨਾਲ ਚੱਲਦਾ। ਹਰ 4 ਸਾਲ ਹੋਣੇ ਤੇ ਮਾਈਨੋਰਿਟੀ ਗਵਰਨਮੈਂਟ ਹੈ, ਹਰ 18 ਮਹੀਨੇ ਜਾਂ 24 ਮਹੀਨੇ ਬਾਅਦ ਇਲੈਕਸ਼ਨ ਹੋਣਾ ਹੈ। ਸਾਨੂੰ ਪਤਾ ਹੈ, ਦੇ ਨੋ ਕਿ ਅਸੀਂ ਗੱਲਾਂ 'ਚ ਇਹਨਾਂ ਨੂੰ ਸਾਰਿਆਂ ਨੂੰ ਜਾਂ ਵੋਟਾਂ ਲੈਣੀਆਂ ਸੀ, ਇਹਨਾਂ ਨੂੰ ਅਸੀਂ ਗੱਲਾਂ 'ਚ ਅਸੀਂ ਰੈਪ ਕਰ ਦਿੰਦੇ ਹਾਂ ਤੇ ਵੀ ਵਿਲ ਡੀਲ ਵਿਦ ਇਟ ਨੈਕਸਟ ਟਾਈਮ। ਵੀ ਕੀਪ ਪੁਸ਼ਿੰਗ ਇਟ ਇਨਟੂ ਦ ਫਿਊਚਰ। We can't keep pushing these things into the future because it's affecting us now. My kids, your kids, no one's kids should be afraid. ਮੈਨੂੰ ਕੱਲ ਮੇਰੇ ਵਾਲਿਦ ਸਾਹਿਬ ਗਏ ਸਨ ਦਵਾਈਆਂ ਲੈਣ ਸੇਵਾਨ ਫੂਡ ਦੇ, ਉਹਨਾਂ ਨੇ ਸ਼ਲਵਾਰ ਕਮੀਜ਼ ਪਾਈ ਸੀ। ਮੇਰੇ ਮੂੰਹ ਚੋਂ ਨਿਕਲ ਗਿਆ ਕਿ ਡੈਡੀ ਤੁਸੀਂ ਕੱਪੜੇ ਨਹੀਂ ਬਦਲਨੇ। ਉਹ ਹੈਰਾਨ ਵੇਖ ਕੇ ਮੈਨੂੰ ਕਹਿੰਦੇ ਕਿਉਂ? ਹਾਂ ਬਿਲਕੁਲ, ਮੇਰਾ ਵੀ ਇਹੀ ਸਵਾਲ ਹੈ, ਤੁਸੀਂ ਉਹਨਾਂ ਨੂੰ ਇਹ ਗੱਲ ਕਿਉਂ ਕਹੀ? ਮੇਰੇ ਦਿਮਾਗ 'ਚ ਸੀ ਨਾ, ਮੈਨੂੰ ਫਿਕਰ ਸੀ, ਮੈਨੂੰ ਥੋੜ੍ਹਾ ਜਿਹਾ ਡਰ ਸੀ, ਨਾਟ ਫॉर ਮੀ ਬਟ ਜਿਹੜੇ ਮੇਰੇ ਫੈਮਿਲੀ ਦੇ ਉਹਨਾਂ ਲਈ ਮੈਨੂੰ ਡਰ ਸੀ। ਮੇਰੇ ਵਾਲਿਦ ਸਾਹਿਬ ਬਜ਼ੁਰਗ ਨੇ, ਜੇ ਉਹਨਾਂ ਨੂੰ ਕੁਛ ਕਹਵੇ ਜਾਂ ਉਹਨਾਂ ਨਾਲ ਕੁਛ ਹੋਵੇ, ਹੀ ਵਿਲ ਨਾਟ ਬੀ ਏਬਲ ਟੂ ਪ੍ਰੋਟੈਕਟ ਹਿਮਸੈਲਫ। ਬਟ ਪਹਿਚਾਨ ਬਦਲ ਕੇ ਰਹਿਣਾ ਪਏਗਾ 100% ਨੋ। ਅਸੀਂ ਇਸ ਤਰ੍ਹਾਂ ਹੀ ਰਹਿਣਾ ਹੈ, ਇੱਥੇ ਹੀ ਰਹਿਣਾ ਹੈ। And we were going to wear our clothes and our identity and our faith as like just anybody else, and we're not going to hide, and na sanu hide karna payega. We were going to make sure ke loki sanu na sirf apni kapde bare but apne faith bare, belief bare they know about us, and जिन्ना ਅਸੀਂ ਬਾਹਰ ਨਿਕਲ ਕੇ ਦੂਸਰਿਆਂ ਨੂੰ ਅਸੀਂ ਸਮਝਾ ਸਕਨੇ ਆ ਉਹਨਾਂ ਬਿਹਤਰ ਹਮਾਰੇ ਲਈ ਹੋਏਗਾ। ਇਸ ਘਟਨਾ ਤੋਂ ਬਾਅਦ ਤੁਹਾਨੂੰ ਕੀ ਲੱਗਦਾ 2017 ਦੇ ਵਿੱਚ ਵੀ ਬਿਲਾਲ ਘਟਨਾ ਵਾਪਰੀ ਸੀਗੀ ਕਿਊਬੈਕ ਦੇ ਵਿੱਚ, ਜਦੋਂ ਨਮਾਜ਼ ਪੜ੍ਹਦੇ ਹੋਏ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ ਗਈਆਂ ਸੀਗੀਆਂ। ਸੋ ਅੱਜ ਫਿਰ ਜਦੋਂ ਇਹ ਘਟਨਾ ਸਾਹਮਣੇ ਆਈ ਹੈ, ਉਸ ਦੌਰਾਨ ਵੀ ਘਟਨਾਵਾਂ ਹੁੰਦੀਆਂ ਰਹੀਆਂ। ਅਸੀਂ ਕਹਿੰਦੇ ਹਾਂ ਵੀ ਜਦੋਂ ਕੈਨੇਡਾ ਦੇ ਵਿੱਚ ਲੋਕ ਆਉਂਦੇ ਨੇ ਤਾਂ ਇੱਥੇ ਜਿਹੜਾ ਇੱਥੇ ਇਕੁਐਲਿਟੀ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ, ਔਰ ਇਹ ਖਾਸ ਕਰਕੇ ਖਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਨਾਲ ਵੀ ਕੋਈ ਨਸਲੀ ਟਿੱਪਣੀ ਜਾਂ ਫਿਰ ਭੇਦਭਾਵ ਜਿਹੜਾ ਹੈ ਉਹ ਕਿਸੇ ਕਮਿਊਨਿਟੀ ਨਾਲ ਨਾ ਕੀਤਾ ਜਾਏ। ਪ੍ਰਧਾਨ ਮੰਤਰੀ ਜਿਹੜੇ ਟਰੂਡੋ ਨੇ ਉਹ ਵੀ ਬਾਰ-ਬਾਰ ਇਹੀ ਗੱਲ ਦਾ ਜਿਹੜਾ ਤਵੱਜੋ ਦਿੰਦੇ ਨੇ ਸਹੀ ਗੱਲ ਤੇ। ਹੁਣ ਵੀ ਜਿਵੇਂ ਅਸੈਂਬਲੀ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਨਿੰਦਿਆ ਬਹੁਤ ਜ਼ਿਆਦਾ, ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਹੁਣ ਅਸੀਂ ਕੰਮ ਕਰਾਂਗੇ, ਬਹੁਤ ਕੰਮ ਕਰਨ ਦੀ ਲੋੜ ਹੈ, ਤੇ ਜਿਹੜੀ ਇਹ ਸੋਚ ਹੈ, ਜਿਹੜੇ ਨਫ਼ਰਤ ਦੀ ਸੋਚ ਹੈ, ਜਿਹੜੇ ਲੋਕ ਹੇਟ ਕ੍ਰਾਈਮ ਨੂੰ ਜਿਹੜਾ ਹੈ ਅੱਗੇ ਵਧਾਉਂਦੇ ਨੇ, ਇਹ ਖਤਮ ਕਰਨਾ ਪਏਗਾ। ਸੋ ਇਹ 2017 ਦੀ ਘਟਨਾ ਵੀ ਜਦੋਂ ਵਾਪਰੀ ਸੀ ਉਸ ਤੋਂ ਬਾਅਦ ਵੀ ਇਹ ਉਦੋਂ ਵੀ ਸੋਚਿਆ ਜਾ ਸਕਦਾ ਸੀ, ਪਰ ਹਜੇ ਵੀ ਸਿਚੁਏਸ਼ਨ ਉੱਥੇ ਦੀ ਉੱਥੇ ਖੜੀ ਹੈ। ਵੈਰੀ ਗੁੱਡ ਪੁਆਇੰਟ। ਹੁਣ ਤੁਸੀਂ ਆਪਣਾ ਆਨਸਰ ਤੁਸੀਂ ਆਪੇ ਹੀ ਦੇ ਦਿੱਤਾ, ਰਾਈਟ? ਕਿ ਕਿੰਨੀਆਂ ਲਾਸ਼ਾਂ ਚਾਹੀਦੀਆਂ ਨੇ ਬਿਫੋਰ ਗਵਰਨਮੈਂਟ ਟੇਕਸ ਐਕਸ਼ਨ। ਹਾਂ, ਐਂਡ ਮੈਂ ਸੋਚਣਾ ਕਿ ਦੇਖੋ ਅਸੀਂ ਸੜੀ 'ਚ ਰਹਿੰਦੇ ਹਾਂ, ਸਾਰੇ ਪੰਜਾਬੀ ਨੇ, ਪਾਕਿਸਤਾਨ ਤੋਂ, ਇੰਡੀਆ ਤੋਂ, ਸਾਰੇ ਰਲ ਮਿਲ ਕੇ ਰਹਿੰਦੇ ਹਾਂ। ਇਟ ਕੁਡ ਹੈਪਨ ਹੀਅਰ। ਉਹ ਸਿੱਖ ਕੋਈ ਫੈਮਿਲੀ ਬਾਹਰ ਵਾਕ ਕਰਨ ਲਈ ਚੱਲੀ ਹੈ ਤਾਂ ਉਹ ਵੇਖ ਕੇ, ਇਹਨਾਂ ਨੂੰ ਇੰਨਾ ਨਹੀਂ ਪਤਾ ਨਾ, ਉਹ ਡਿਸਟਿੰਗੁਇਸ਼ ਨਹੀਂ ਕਰ ਸਕਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕਰਨਾ ਹੈ। ਉਹਨਾਂ ਨੇ ਵੇਖ ਕੇ they could indirectly try to hurt someone else, ਮੁਸਲਮਾਨ ਸਮਝ ਕੇ। So this equality is more than just words. Equality is in actions, and we need action from government ਕਿ ਜਿਹੜੀਆਂ white supremacy groups ਨੇ, ਇੱਕ ਦੋ ਨਹੀਂ, maybe 500 ਟੋਟਲ ਨੇ ਕੈਨੇਡਾ 'ਚ, 300 ਦੇ ਉੱਤੇ ਜ਼ਰੂਰ ਨੇ, ਮੈਨੂੰ ਪਤਾ। ਉਹਨਾਂ ਨੂੰ ਤੁਸੀਂ ਬੈਨ ਕਿਉਂ ਨਹੀਂ ਕਰਦੇ? ਹਾਂ, ਉਹਨਾਂ ਦਾ ਪਤਾ ਕਿਉਂ ਨਹੀਂ ਕਰਦੇ? ਮੁਸਲਮਾਨਾਂ ਦੇ ਬਾਰੇ 'ਚ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਕੌਣ ਕਿਹੜਾ ਕੀ ਕਰਦਾ ਹੈ, ਬਟ ਉਹਨਾਂ ਨੂੰ
ਇਹ ਵੀ ਕਰਨਾ ਚਾਹੀਦਾ ਨਾ ਕਿ ਜਿਹੜੀ ਵਾਈਟ ਸੁਪਰੀਮੇਸੀ ਗਰੁੱਪਸ ਨੇ ਉਹਨਾਂ ਦਾ ਵੀ ਪਤਾ ਕਰਨਾ ਚਾਹੀਦਾ ਕਿ ਉਹਨਾਂ ਦੇ ਮੈਂਬਰ ਕੌਣ ਆ, ਉਹ ਕਿੱਥੇ ਰਹਿੰਦੇ ਨੇ, ਕਿਹਦੇ ਨਾਲ ਮਿਲਦੇ ਨੇ। ਇਹ ਚੀਜ਼ਾਂ ਆਪਣੀ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀ, ਜਿਹੜੀ ਆਪਣੀ ਇੰਟੈਲੀਜੈਂਸ ਏਜੰਸੀਜ਼ ਨੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਸ ਤਰਫ ਕੰਮ ਕਰਨਾ ਪਏਗਾ। ਬਹੁਤ ਬਹੁਤ ਸ਼ੁਕਰੀਆ ਬਿਲਾਲ ਜੀ। ਥੈਂਕ ਯੂ ਸੋ ਮਚ। ਸੋ ਬਿਲਾਲ ਚੀਮਾ ਜੁੜੇ ਹੋਏ ਸਨ ਤੇ ਬਿਲਾਲ ਚੀਮਾ ਨੇ ਖਾਸ ਤੌਰ ਦੇ ਉੱਤੇ ਇਹੀ ਗੱਲ ਕਹੀ ਹੈ ਵੀ ਸਾਨੂੰ ਆਪਣੀ ਪਹਿਚਾਣ ਜਿਹੜੀ ਆ ਉਹ ਵੀ ਸਾਡੇ ਅੰਦਰ ਇੰਨਾ ਡਰ ਬੈਠ ਗਿਆ ਕਿ ਉਹ ਆਪਣੀ ਪਰਿਵਾਰ ਨੂੰ ਵੀ ਜਦੋਂ ਬਾਹਰ ਭੇਜਦੇ ਨੇ ਤਾਂ ਉਹ ਕਹਿੰਦੇ ਨੇ ਕਿ ਕੱਪੜੇ ਚੇਂਜ ਕਰ ਲਓ, ਪਹਿਚਾਣ ਤੋਂ ਵੀ ਡਰਨ ਲੱਗ ਗਏ ਨੇ ਲੋਕ। ਪਰ ਕਾਫੀ ਹੱਦ ਤੱਕ ਇੱਥੇ ਜਿਹੜਾ ਹੈ ਸਵਾਲ ਸਿਆਸਤਦਾਨਾਂ ਦੇ ਉੱਤੇ ਵੀ ਖੜਾ ਹੁੰਦਾ ਹੈ। ਇੱਥੇ ਸਿੱਖ ਕਮਿਊਨਿਟੀ ਦੇ, ਪੰਜਾਬੀ ਕਮਿਊਨਿਟੀ ਦੇ ਲੋਕ ਵੀ ਬਹੁਤ ਸਾਰੇ ਪਹੁੰਚੇ ਹੋਏ ਨੇ, ਅਸੀਂ ਉਹਨਾਂ ਨਾਲ ਵੀ ਇਸ ਸੰਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਸਰ, ਅੱਜ ਤੁਸੀਂ ਇੱਥੇ ਪਹੁੰਚੇ ਹੋ, ਅਸੀਂ ਹਮੇਸ਼ਾ ਸ਼ੁਰੂ ਤੋਂ ਦੇਖਿਆ ਵੀ ਪਹਿਲਾਂ ਪੰਜਾਬੀ ਕਮਿਊਨਿਟੀ ਵੀ ਨਸਲਵਾਦ ਦੇ ਮੁੱਦੇ ਨੂੰ ਹਮੇਸ਼ਾ ਚੁੱਕਦੀ ਸੀਗੀ ਕਿਉਂਕਿ ਉਹ ਵੀ ਇਸ ਚੀਜ਼ ਦਾ ਸ਼ਿਕਾਰ ਹੁੰਦੇ ਸੀਗੇ। ਭੇਦਭਾਵ, ਨਸਲੀ ਟਿੱਪਣੀ ਉਹਨਾਂ ਨੂੰ ਵੀ ਬਹੁਤ ਬਰਦਾਸ਼ਤ ਕਰਨੀ ਪੈਂਦੀ ਸੀ, ਉਹਨਾਂ ਦੇ ਵੀ ਪਹਿਰਾਵੇ ਨੂੰ ਲੈ ਕੇ ਕਮੈਂਟਸ ਕੀਤੇ ਜਾਂਦੇ ਸੀਗੇ। ਪਰ ਲੱਗਦਾ ਸੀ ਵੀ ਅੱਜ ਦਾ ਕੈਨੇਡਾ ਜਿਹੜਾ ਹੈ ਉਹ ਬਦਲ ਚੁੱਕਿਆ, ਅੱਜ ਇਹ ਭੇਦਭਾਵ ਚੁੱਕੇ ਨੇ। ਪਰ ਜਿਸ ਤਰੀਕੇ ਨਾਲ ਮੁਸਲਿਮ ਕਮਿਊਨਿਟੀ, ਮੁਸਲਿਮ ਪਰਿਵਾਰ ਦੇ ਨਾਲ ਜਿਹੜੀ ਹੈ ਇਹ ਘਟਨਾ ਵਾਪਰੀ ਹੈ, ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ, ਕਿਉਂਕਿ ਜਿਹੜੇ ਮੇਰੀ ਉਮਰ ਦੇ ਜਾਂ ਜਿਹੜੇ ਮੇਰੇ ਨਾਲ ਦੇ ਲੋਕ ਜਾਂ ਮੇਥੋਂ ਪਹਿਲਾਂ ਦੇ ਅੱਜ ਤੋਂ 30-35 ਸਾਲ ਪਹਿਲਾਂ ਲੋਕ ਆਏ ਸਨ, ਜਦੋਂ ਅਸੀਂ ਇੱਥੇ 30-35 ਸਾਲ ਪਹਿਲਾਂ ਆਏ ਸੀ, ਪੱਗ ਬੰਨ੍ਹ ਕੇ ਤੁਰਦੇ ਸੀ ਤਾਂ ਸਾਨੂੰ ਜਿਹੜਾ ਉਹ ਜੋ ਭੇਦਭਾਵ ਸਾਹਮਣਾ ਕਰਨਾ ਪੈਂਦਾ ਸੀ ਸੜਕ ਤੇ ਜਾਂ ਕਿਤੇ ਹੋਰ। ਲੇਕਿਨ ਇਹ ਨਹੀਂ ਸੀਗਾ ਕਿ ਸਾਰੀ ਕਮਿਊਨਿਟੀ ਜਿਹੜੀ ਆ ਉਹ ਇਸ ਤਰ੍ਹਾਂ ਸਾਡੇ ਨਾਲ ਕਰਦੇ ਸੀ। ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਪਿਆਰ ਨਾਲ ਵੀ ਬੁਲਾਉਂਦੇ ਸੀ, ਸਤਿਕਾਰ ਵੀ ਕਰਦੇ ਸੀ। ਮੈਨੂੰ ਯਾਦ ਆ ਕਈ ਜਿਹੜੇ ਬਜ਼ੁਰਗ ਹੁੰਦੇ ਸੀ ਜਿਹੜੇ ਵਾਈਟ ਕਮਿਊਨਿਟੀ ਦੇ ਵਿੱਚੋਂ, ਜੇ ਕਿਤੇ ਪਰਨਾ ਬੰਨ੍ਹ ਕੇ ਚਲੇ ਜਾਣਾ ਤਾਂ ਉਹਨਾਂ ਨੇ ਕਹਿਣਾ ਨਹੀਂ ਤੂੰ ਪੱਗ ਬੰਨ੍ਹ ਕੇ ਆਇਆ ਕਰ ਤਾਂ ਸੋਹਣਾ ਲੱਗਦਾ। ਜਿਹੜਾ ਸਾਰੇ ਤਰ੍ਹਾਂ ਦੇ ਲੋਕ ਸਾਰੀ ਕਮਿਊਨਿਟੀ 'ਚ ਹੁੰਦੇ ਨੇ। ਲੇਕਿਨ ਪਿਛਲੇ ਸਾਲਾਂ ਦੇ ਵਿੱਚ ਬਹੁਤ ਕੁਝ ਘਟਿਆ, ਲੇਕਿਨ ਜਿਹੜੀ ਆ ਅੱਜ ਘਟਨਾ ਹੋਈ ਆ ਇਹਨੇ ਯਾਦ ਕਰਾਤਾ। ਤੁਹਾਨੂੰ ਯਾਦ ਹੋਏਗਾ ਕਿ ਬਹੁਤ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ ਸੇਵਾਦਾਰ ਸਨ ਭਾਈ ਨਿਰਮਲ ਸਿੰਘ, ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਕੁੱਟ-ਕੁੱਟ ਕੇ ਇੱਥੇ ਸਰੀ ਦੇ ਅੰਦਰ ਮਾਰ ਦਿੱਤਾ। ਰਾਤ ਨੂੰ ਉਹਨਾਂ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਕੋਈ ਪਰਿਵਾਰ ਦੇ ਸਿਰਫ ਉਹ ਆਪਣੀ ਪਰਿਵਾਰ ਸਾਰਾ ਸੜਕ ਤੇ ਜਾ ਰਿਹਾ, ਇਹਦਾ ਮਤਲਬ ਹੈ ਕਿ ਜਿਹੜੇ ਅਸੀਂ ਲੋਕ ਸੜਕ ਤੇ ਸਾਰਾ ਦਿਨ ਤੁਰਦੇ ਹਾਂ, ਸਾਡੇ ਬਜ਼ੁਰਗ ਬੱਚੇ ਤੁਰਦੇ, ਉਹਨਾਂ ਵਾਸਤੇ ਬਹੁਤ ਜਿਹੜਾ ਡੇਂਜਰਸ ਹੈ ਇਹ। ਸੋ ਅਜਿਹੇ ਲੋਕ ਜਿਹੜੇ ਕਮਿਊਨਿਟੀ ਦੇ ਵਿੱਚ ਹੈਗੇ ਨੇ, ਮੈਂ ਗੌਰਮੈਂਟ ਨੂੰ ਜਾਂ ਆਮ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਘੁਲ ਮਿਲ ਕੇ ਰਹਿਣਾ ਚਾਹੀਦਾ। ਤੇ ਪਲੱਸ ਜਿਹੜਾ ਇਹਦੇ ਉੱਪਰ ਆ ਗੌਰਮੈਂਟਾਂ ਨੂੰ ਜਿਹੜਾ ਇਹ ਵਿੱਚੋਂ ਪਿਕ ਕਰਦੇ ਰਹਿਣਾ ਚਾਹੀਦਾ ਕਿ ਕਿਹੜੇ ਬੰਦੇ ਨੇ ਜਿਹੜੇ ਇਸ ਤਰ੍ਹਾਂ ਸ਼ਰਾਰਤਾਂ ਕਰਦੇ ਨੇ। ਉਹਨਾਂ ਸਾਰੇ ਲੋਕ ਜਿਹੜੇ, ਜਿੱਦਾਂ ਸਾਰਿਆਂ ਨੂੰ ਅਸੀਂ ਮਾੜੇ ਨਹੀਂ ਕਹਿ ਸਕਦੇ, ਸਾਰਿਆਂ ਨੂੰ ਚੰਗੇ ਨਹੀਂ ਕਹਿ ਸਕਦੇ, ਲੇਕਿਨ ਬਹੁਤ ਸਾਰੀਆਂ ਹੋਰ ਕੰਟਰੀਜ਼ ਵੀ ਨੇ ਜਿਹੜੀਆਂ ਜਿਸ ਤਰ੍ਹਾਂ ਆਪਾਂ ਪਿਛਲੇ ਸਾਲਾਂ ਦੇ ਵਿੱਚ ਕਰੀਬ 30 ਸਾਲ ਤੋਂ ਲਗਾਤਾਰ ਸਿੱਖਾਂ ਦੇ ਖਿਲਾਫ ਇੱਥੇ ਪ੍ਰਚਾਰ ਹੋਇਆ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੁੰਦਾ ਰਿਹਾ, ਹਰ ਇੱਕ ਨੂੰ ਉਹ ਟੈਰਰਿਸਟ ਕਹਿ ਕੇ ਬੁਲਾਉਂਦੇ ਰਹੇ। ਔਰ ਜਿਹੜੀ ਕਈ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹੜੀਆਂ ਸਿੱਖ ਕਮਿਊਨਿਟੀ ਦੇ ਨਾਮ ਮੜੀਆਂ ਗਈਆਂ, ਕੀਤੀਆਂ ਕਿਸੇ ਹੋਰ ਗੌਰਮੈਂਟ ਨੇ ਸੀ। ਸੋ ਉਹਨਾਂ ਸਾਰੀਆਂ ਦਾ ਜਿਹੜਾ ਆਪਾਂ ਨੂੰ ਜਿਹੜਾ ਕਰਦੇ ਹੋਏ, ਪਰ ਜਿਹੜੀ ਇਹ ਦੁਖਦਾਈ ਘਟਨਾ ਹੋਈ ਆ ਇਹਦੇ ਨਾਲ ਸਾਰੀ ਕਮਿਊਨਿਟੀ ਦਾ ਜਿਹੜਾ ਹਿਰਦਾ ਉਹ ਵਲੂੰਦਰਿਆ ਗਿਆ। ਅਸੀਂ ਸਾਰੇ ਜਿਹੜੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਜੋ ਵੀ ਹੈ। ਥੈਂਕ ਯੂ ਸੋ ਮਚ। ਸੋ ਸਾਰੇ ਇੱਥੇ ਪਹੁੰਚੇ ਹੋਏ ਨੇ, ਪਰਿਵਾਰ ਦੇ ਬੱਚੇ ਜੀਆਂ ਦੇ ਵਿੱਚੋਂ ਤਾਂ 9 ਸਾਲ ਦਾ ਇੱਕ ਬੇਟਾ ਹੈ। ਸਾਰੇ ਇੱਥੇ ਪਹੁੰਚੇ ਹੋਏ ਨੇ ਸਮ੍ਰਿਤਕ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਦੇ ਲਈ, ਤੇ ਇਸ ਘਟਨਾ ਦੀ ਸਾਫ਼ ਤੌਰ ਦੇ ਉੱਤੇ ਨਿੰਦਾ ਕੀਤੀ ਜਾ ਰਹੀ ਹੈ। ਤੇ ਸਾਫ਼ ਤੌਰ ਤੇ ਸਵਾਲ ਇੱਥੇ ਸਿਆਸਤਦਾਨਾਂ ਦੇ ਵੀ ਖੜਾ ਹੋ ਰਿਹਾ। ਸੁਖ ਧਾਲੀਵਾਲ ਜੀ ਇੱਥੇ ਸਾਡੇ ਨਾਲ ਜੁੜੇ ਹੋਏ ਨੇ। ਸੁਖ ਧਾਲੀਵਾਲ ਜੀ, ਕਮਿਊਨਿਟੀ ਦੇ ਵਿੱਚ ਜਦੋਂ ਵੀ ਕੁਝ ਹੁੰਦਾ ਤੁਸੀਂ ਵੱਧ ਚੜ੍ਹ ਕੇ ਉੱਥੇ ਆਉਂਦੇ ਹੋ, ਪਹੁੰਚਦੇ ਹੋ, ਉਹਨਾਂ ਦੇ ਦੁੱਖ ਦੇ ਵਿੱਚ ਵੀ ਸ਼ਾਮਿਲ ਹੁੰਦੇ ਹੋ। ਅੱਜ ਵੀ ਤੁਸੀਂ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਏ ਹੋ। ਸੁਖ ਧਾਲੀਵਾਲ ਜੀ, ਕੀ ਕਹਿਣਾ ਚਾਹੋਗੇ? ਇਹ ਘਟਨਾ ਨੂੰ ਤੁਸੀਂ ਕਿਸ ਐਂਗਲ ਤੋਂ ਦੇਖ ਰਹੇ ਹੋ? ਦੇਖੋ ਸ਼ਰੀ, ਸਾਨੂੰ ਪਹਿਲਾਂ ਤਾਂ ਇਹ ਹੈਗਾ ਵੀ ਇਹ ਦਿਲ ਨੂੰ ਬਲੂੰਦਰ ਵਾਲੀ ਜਿਹੜੀ ਘਟਨਾ ਹੋਈ ਆ, ਜਿਹੜਾ ਟੈਰਰਿਜ਼ਮ ਦਾ ਅਟੈਕ ਮੁਸਲਿਮ ਫੈਮਿਲੀ ਤੇ ਸਿਰਫ ਇਸ ਕਰਕੇ ਕਿ ਉਹ ਮੁਸਲਿਮ ਨੇ ਉਹ ਹੋਇਆ, ਇਹ ਬਿਲਕੁਲ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਜਦੋਂ ਆਪਾਂ ਦੇਖਦੇ ਇੱਕ ਡਾਈਵਰਸ ਨੇਸ਼ਨ ਹੈਗੀ ਆ ਔਰ ਸਾਨੂੰ ਬਰਾਬਰਤਾ ਔਰ ਬਰਾਬਰ ਦੇ ਹੱਕ ਨੇ ਔਰ ਬਰਾਬਰ ਦਾ ਅਸੀਂ ਕੰਮ ਵੀ ਕੀਤਾ ਇੱਥੇ ਦੇਸ਼ ਨੂੰ ਚੰਗਾ ਬਣਾਉਣ ਵਾਸਤੇ। ਇਹ ਦਿਲ ਨੂੰ ਜਿਹੜਾ ਵਾ ਬਹੁਤ ਦੁੱਖ ਲੱਗਿਆ। ਔਰ ਮੈਂ ਜਿਹੜਾ ਸਲਮਾਨ ਫੈਮਿਲੀ ਦੇ ਨਾਲ ਤੇ ਮੁਸਲਿਮ ਕਮਿਊਨਿਟੀ ਦੇ ਨਾਲ ਜਿਹੜਾ ਦੁੱਖ ਜਿੱਥੇ ਸ਼ਰੀਕ ਹੁੰਨਾ, ਉੱਥੇ ਜਿਹੜਾ ਹੈ ਸਾਨੂੰ ਇਸਲਾਮੋਫੋਬੀਆ ਨੂੰ ਜਿਹੜੀ ਆ ਇਹ ਠੱਲ ਪਾਉਣੀ ਪੈਣੀ। ਕਿਉਂਕਿ ਤੁਸੀਂ ਦੇਖਿਆ ਹੋਣਾ ਔਰ ਤੁਹਾਨੂੰ ਪਤਾ ਕਿ ਜਦੋਂ ਪ੍ਰੀਵੀਅਸ ਪਾਰਲੀਮੈਂਟ ਸੀ 2015 ਵਾਲੇ ਇਲੈਕਸ਼ਨ ਤੋਂ ਬਾਅਦ ਜਿਹੜੀ ਸੀ, ਉਹਦੇ ਵਿੱਚ ਸਾਡੇ ਮੈਂਬਰ ਆਫ ਪਾਰਲੀਮੈਂਟ ਸੀਗੇ, ਉਹ ਮੋਸ਼ਨ ਲੈ ਕੇ ਆਏ M103। ਉਹ ਸੀਗਾ ਇਸਲਾਮੋਫੋਬੀਆ ਨੂੰ ਠੱਲ ਪਾਉਣੀ, ਰੇਸਿਜ਼ਮ ਨੂੰ ਠੱਲ ਪਾਉਣੀ, ਔਰ ਨਾਲ ਹੀ ਜਿਹੜਾ ਹੈ ਜੇ ਕੋਈ ਐਸੀਆਂ ਦੀਆਂ ਘਟਨਾਵਾਂ ਹੁੰਦੀਆਂ ਔਰ ਉਹਦੇ ਮੈਜੋਰਟੀ ਪਾਰਟੀ ਨੇ ਸੀਗੀ ਜਿਹਨੇ ਇਸ ਨੇ ਐਕਸੈਪਟ ਮਾਈਕਲ ਚੌਂਗ, ਸਾਰਿਆਂ ਨੇ ਜਿਹੜੀ ਸੀ ਉਹਦੇ ਉਲਟ ਵੋਟ ਪਾਈ ਉਸ ਵੇਲੇ। ਔਰ ਉਹਦੇ ਵਿੱਚ ਇਹ ਟੂਲ ਵੀ ਸੀ ਉਸ ਵੇਲੇ।
ਹੁਣ ਜਦੋਂ ਮੈਂ ਉਹਨਾਂ ਨੂੰ O2 ਲਾਉਣਾ ਨੂੰ ਦੇਖਿਆ ਲੰਡਨ ਦੇ ਵਿੱਚ, ਆਈ ਵਿਸ਼ ਕਿ ਅੱਜ ਵੀ ਇੱਥੇ ਆਏ ਹੁੰਦੇ ਉਹ ਦੇਖਦੇ ਕਿ ਡਾਈਵਰਸ ਕਮਿਊਨਿਟੀ ਇੱਥੇ ਅਫਸੋਸ ਦੇ ਵਿੱਚ ਜਿਹੜਾ ਅੱਜ ਉਹ ਸ਼ਰੀਕ ਹੋਣ ਵਾਸਤੇ ਜਿਹੜੀ ਉਹ ਆਈ ਹੈਗੀ ਹੈ ਅੱਜ ਦੀ, ਤੇ ਇਹ ਉਹਨਾਂ ਨੂੰ ਜੇ ਸਾਨੂੰ ਬੰਦੇ ਮਰਵਾ ਕੇ ਇਹ ਅਕਲ ਆਉਣੀ ਹੈਗੀ ਆ ਤਾਂ ਫਿਰ ਗਲਤ ਆ। ਸਾਨੂੰ ਸਾਰਿਆਂ ਨੂੰ ਰਲ ਕੇ ਯਤਨ ਕਰਨਾ ਪੈਣਾ ਕਿ ਇਸਲਾਮੋਫੋਬੀਆ ਨੂੰ, ਰੇਸਿਜ਼ਮ ਨੂੰ ਔਰ ਟੈਰਰਿਜ਼ਮ ਨੂੰ ਜਿਹੜਾ ਹੈਗਾ ਉਹ ਠੱਲ ਪਾਈਏ, ਕਿਉਂਕਿ ਕੈਨੇਡਾ ਜਿਹੜਾ ਇੱਕ ਬਹੁਤ ਪੁੱਤ ਦੇਸ਼ ਹੈਗਾ ਜਿਹਦੇ ਵਿੱਚ ਲੋਕ ਆਉਣ ਲਈ ਤਰਸਦੇ ਨੇ। ਕਿਉਂਕਿ ਬਹੁਤ ਸਾਰੇ ਰਿਫਿਊਜੀ ਵੀ ਜਿਹੜੇ ਨੇ ਉਹ ਵੀ ਇੱਥੇ ਪਹੁੰਚਦੇ ਨੇ, ਔਰ ਜੋ ਲੋਕ ਜਦੋਂ ਆਉਂਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਵੀ ਕੈਨੇਡਾ ਤੋਂ ਸੇਫ ਕੰਟਰੀ ਜਿਹੜੀ ਆ ਕੋਈ ਨਹੀਂ ਆ, ਔਰ ਸੇਫਟੀ ਵਾਸਤੇ ਇੱਥੇ ਆਉਂਦੇ ਨੇ। ਬਹੁਤ ਸਾਲ ਬੀਤ ਗਏ ਸੁਖ ਧਾਲੀਵਾਲ ਜੀ, ਲੋਕਾਂ ਦਾ ਹੁਣ ਵੀ ਅਸੀਂ ਕਈ ਲੋਕਾਂ ਦੇ ਨਾਲ ਗੱਲ ਕਰ ਰਹੇ ਸੀਗੇ, ਉਹ ਕਹਿੰਦੇ ਇੰਨੇ ਸਾਲ ਬੀਤ ਗਏ, ਇਸ ਚੀਜ਼ ਦਾ ਨਿਸ਼ਾਨਾ ਬਣਾਇਆ ਜਾਂਦਾ ਹਰ ਕਮਿਊਨਿਟੀ ਨੂੰ, ਨਾ ਸਿਰਫ ਮੁਸਲਿਮ ਕਮਿਊਨਿਟੀ ਨੂੰ, ਪੰਜਾਬੀ ਕਮਿਊਨਿਟੀ, ਸਿੱਖ ਕਮਿਊਨਿਟੀ ਜਿਹੜੀ ਆ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਬਲੈਕ ਮੂਲ ਦੇ ਲੋਕਾਂ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਦੇਖੀਆਂ, ਉਹਨਾਂ ਦੇ ਨਾਲ ਵੀ ਇਹ ਨਸਲੀ ਜਿਹੜੇ ਹਮਲੇ, ਨਸਲੀ ਟਿੱਪਣੀਆਂ ਦਾ ਉਹਨਾਂ ਨੂੰ ਵੀ ਸ਼ਿਕਾਰ ਹੋਣਾ ਪਿਆ। ਤੇ ਇਸ ਸਮੇਂ ਸਰਕਾਰ ਦੇ ਉੱਤੇ ਵੀ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਇਸ ਟਾਈਮ ਆਮ ਜਨਤਾ ਜਿਹੜੀ ਹੈ, ਖਾਸ ਕਰਕੇ ਮੁਸਲਿਮ ਕਮਿਊਨਿਟੀ ਨਾਲ ਹੁਣੇ ਭਾਣਾ ਵਰਤਿਆ ਤਾਂ ਉਹ ਇਹ ਸਵਾਲ ਕਰ ਰਹੇ ਨੇ, ਕਹਿੰਦੇ ਨੇ ਕਿ ਹਰ ਵਾਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਰਕਾਰ ਇਹ ਦਾਅਵਾ ਕਰਦੀ ਹੈ ਵੀ ਉਹਨਾਂ ਵਾਸਤੇ ਕੁਝ ਕਰਨ ਦੀ ਲੋੜ ਹੈ। ਹੁਣ ਵੀ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਨੇ ਕਿਹਾ ਵੀ ਅਸੀਂ ਇਹਦੇ ਤੇ ਹੋਰ ਕੰਮ ਕਰਾਂਗੇ ਕਿ ਜਿਹੜਾ ਹੇਟ ਕ੍ਰਾਈਮ ਹੈ ਉਹਨੂੰ ਖਤਮ ਕੀਤਾ ਜਾ ਸਕੇ, ਪਰ ਉਹ ਕਹਿੰਦੇ ਨੇ ਕਿ 2017 ਦੇ ਵਿੱਚ ਵੀ ਘਟਨਾ ਵਾਪਰੀ ਕਿਊਬੈਕ ਦੇ ਵਿੱਚ, ਉਸ ਤੋਂ ਬਾਅਦ ਵੀ ਘਟਨਾਵਾਂ ਵਾਪਰੀਆਂ, ਪਰ ਹਜੇ ਤੱਕ ਵੀ ਅੱਜ ਇਹ ਘਟਨਾਵਾਂ ਹੋ ਰਹੀਆਂ ਨੇ। ਇਹਦੇ ਪਿੱਛੇ ਕਾਰਨ ਕੀ ਹੈ? ਸਰਕਾਰਾਂ ਢਿੱਲ ਕਿਉਂ ਵਰਤ ਰਹੀਆਂ ਨੇ? ਕਿੱਥੇ ਕਮੀ ਰਹਿ ਜਾਂਦੀ? ਬਿਲਕੁਲ ਢਿੱਲ ਵਾਲੀ ਗੱਲ ਨਹੀਂ। ਦੇਖੋ ਜਿੱਥੇ ਲੋੜ ਹੈ, ਚਾਹੇ ਉਹ ਮਸਜਿਦ ਸੀ, ਚਾਹੇ ਸਿਨਾਗੋਗ ਸੀ, ਚਾਹੇ ਗੁਰਦੁਆਰਾ ਸੀ, ਜਦੋਂ ਉਹ ਇਹ ਘਟਨਾ ਵਾਪਰੀ ਅਸੀਂ ਜਿਹੜੀ ਸੀਗੀ ਉਹ ਸਿਕਿਉਰਿਟੀ ਬੀਫ ਅਪ ਕੀਤੀ, ਉਹ ਸਾਰਾ ਜਿਹੜਾ ਸੀ ਉਹਨਾਂ ਨੂੰ ਸਿਕਿਉਰਿਟੀ ਦੇ ਇੰਤਜ਼ਾਮ ਜਿਹੜੇ ਸੀ ਉਹ ਕੀਤੇ। ਹੁਣ ਜਿਹੜਾ ਹੈਗਾ ਇੱਕ ਪੈਨਲ ਬਣਾਇਆ ਜਾ ਰਿਹਾ ਜਿਹਦੇ ਵਿੱਚ, ਕਿਉਂਕਿ ਜਦੋਂ ਸੈਮਟਿਜ਼ਮ ਵੀ ਦੇਖਦੇ ਆ ਐਵਰੀ ਡੇ ਵੱਧ ਰਿਹਾ ਹੈ ਅੱਜ, ਰਾਈਟ, ਜਿਊਸ਼ ਕਮਿਊਨਿਟੀ ਦੇ ਖਿਲਾਫ ਹੋਵੇ, ਚਾਹੇ ਅੱਜ ਮੁਸਲਿਮ ਕਮਿਊਨਿਟੀ ਦੇ ਖਿਲਾਫ ਇਹ ਹੇਟ ਆ, ਚਾਹੇ ਤੁਸੀਂ ਸਿੱਖਾਂ ਦੇ ਖਿਲਾਫ ਕਹੀ ਆ, ਜਾਂ ਈਵਨ ਇੰਡੀਜੀਨਸ ਪੀਪਲ ਜਾਂ ਬਲੈਕ ਪੀਪਲ। ਸੋ ਇਹ ਰਿਸਪੈਕਟਿਵ ਕੌਣ ਹੈ, ਸਾਨੂੰ ਜਿਹੜਾ ਰੇਸਿਜ਼ਮ ਨੂੰ ਠੱਲ ਪਾਉਣ ਲਈ ਸਰਕਾਰ, ਜੇ ਅੱਜ ਮੈਂ ਤੁਹਾਨੂੰ ਪਹਿਲਾਂ ਪਰਫੈਕਟ ਐਗਜ਼ਾਮਪਲ ਦਿੱਤੀ ਕਿ ਜਦੋਂ M103 ਆਇਆ ਮੋਸ਼ਨ ਇਸਲਾਮੋਫੋਬੀਆ ਦੇ ਉਲਟ ਸੀ ਨਾ, ਉਸ ਵੇਲੇ ਲੀਡਰਸ਼ਿਪ ਦੇਖਣਾ ਪੈਣਾ ਵੀ ਕਿਹਨੇ ਸ਼ੋਅ ਕੀਤੀ। ਉਸ ਵੇਲੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਨੇ ਆਪ ਜਿਹੜਾ ਸੀ ਇਸ ਤੇ ਲਿਆ। ਹਜਾਬ ਦੀ ਗੱਲ ਆਈ, ਠੀਕ ਹੈ ਨਾ, ਕੁਬੈਕ ਦੇ ਵਿੱਚ 2015 ਦੇ ਇਲੈਕਸ਼ਨ ਤੋਂ ਪਹਿਲਾਂ ਉਹ ਘਾਬਰੇ ਨਹੀਂ ਉਸ ਵੇਲੇ, ਚਾਹੇ ਉਹ ਇਲੈਕਸ਼ਨ ਉਹਨਾਂ ਨੇ ਖੜ ਕੇ ਜਿਹੜਾ ਸੀਗਾ ਉਹ ਗੱਲ ਜਿਹੜੀ ਆ ਉਹਨਾਂ ਦੇ ਹੱਕ 'ਚ ਕੀਤੀ, ਚਾਹੇ ਉਹ ਸਿੱਖਾਂ ਦੀ ਗੱਲ ਹੋਵੇ, ਚਾਹੇ ਇੰਡੀਜਨਸ ਪੀਪਲ ਦੇ ਲਈ ਰੀਕਨਸੀਲੀਏਸ਼ਨ ਦੀ ਗੱਲ ਹੋਵੇ, ਚਾਹੇ ਜਿਸ ਕਮਿਊਨਿਟੀ ਦੇ ਲਈ ਜੋ ਸੈਮਟਿਜ਼ਮ ਹੋ ਰਿਹਾ ਵਾ ਸਿਨਾਗੋਗ ਤੇ ਉਹਦੇ ਹੋਏ, ਉਹਨੂੰ ਠੱਲ ਪਾਉਣ ਲਈ ਜਸਟਿਨ ਟਰੂਡੋ ਸਾਡੇ ਪ੍ਰਧਾਨ ਮੰਤਰੀ ਔਰ ਸਾਡੀ ਪਾਰਟੀ ਹਮੇਸ਼ਾ ਜਿਹੜੀ ਆ ਉਹ ਯਤਨਸ਼ੀਲ ਆ। ਔਰ ਮੈਂ ਇਹ ਦਾਅਵੇ ਨਾਲ ਕਹਿਣਾ ਤੁਹਾਨੂੰ ਕਿ ਅਸੀਂ ਇਹ ਜਦੋਂ ਤੱਕ ਇਹ ਠੱਲ ਨਹੀਂ ਪੈਂਦੀ ਰੇਸਿਜ਼ਮ ਨੂੰ ਔਰ ਇਸਲਾਮੋਫੋਬੀਆ ਨੂੰ, ਜਾਂ ਜਿਹੜਾ ਵੀ ਇਹ ਨਫ਼ਰਤ ਦੇ ਘਿਨਾਉਣੇ ਜਿਹੜੇ ਐਕਟ ਨੇ ਲੋਕ ਕਰਦੇ ਹੈਗੇ ਆ, ਉਸ ਤੱਕ ਸ਼ਕਤੀ ਦੇ ਨਾਲ ਅਸੀਂ ਇਹਨੂੰ ਨਜਿੱਠਣ ਲਈ ਜਿਹੜਾ ਹੈਗਾ ਉਹ ਪੂਰੀ ਪੁਰਜੋਰ ਯਤਨ ਕਰਦੇ ਰਹਾਂਗੇ। ਥੈਂਕ ਯੂ ਸੋ ਮਚ। ਮਿਹਰਬਾਨੀ ਜੀ। ਸੋ ਸੁਖ ਧਾਲੀਵਾਲ ਜੀ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਨੇ ਕਿ ਸਵਾਲ ਖੜੇ ਜ਼ਰੂਰ ਹੁੰਦੇ ਨੇ ਸਰਕਾਰ ਦੇ ਉੱਤੇ, ਪਰ ਸਰਕਾਰ ਇਸ ਦੇ ਉੱਤੇ ਕੰਮ ਕਰ ਰਹੀ ਹੈ। ਸਰਕਾਰ ਕੰਮ ਕਰ ਰਹੀ ਹੈ, ਬਟ ਜਦੋਂ ਇਦਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਜਾਂ ਅਜੇ ਵੀ ਨਸਲੀ ਜਿਹੜੀ ਟਿੱਪਣੀਆਂ ਹੁੰਦੀਆਂ ਨੇ, ਭੇਦਭਾਵ ਭਰੇ ਜਿਹੜੇ ਹਮਲੇ ਹੁੰਦੇ ਨੇ, ਤਾਂ ਉਹ ਬਹੁਤ ਡਰਾ ਦਿੰਦੇ ਨੇ। ਤੇ ਕੈਨੇਡਾ ਵਰਗੇ ਆਜ਼ਾਦੀ ਵਾਲੇ ਮੁਲਕ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ। ਸਾਡੇ ਨਾਲ ਐਕਸਪਰਟ ਇਸ ਗੱਲ ਮੁੱਦੇ ਤੇ ਗੱਲਬਾਤ ਕਰਨ ਲਈ ਗੁਰਪ੍ਰੀਤ ਸੋਤਾ ਜੀ ਜੁੜੇ ਹੋਏ ਨੇ। ਗੁਰਪ੍ਰੀਤ ਜੀ, ਅੱਜ ਤੁਸੀਂ ਇੱਥੇ ਪਹੁੰਚੇ ਹੋ, ਪਿਛਲੀ ਵਾਰੀ ਜਦੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਜਦੋਂ ਗੈਂਗਸਟਰਾਂ ਦਾ ਮੁੱਦਾ ਵੀ ਹੋਇਆ ਸੀ, ਤੁਸੀਂ ਹਰ ਥਾਂ ਦੇ ਉੱਤੇ ਜਾ ਕੇ ਉੱਥੇ ਪਹੁੰਚਦੇ ਹੋ, ਸਾਰਾ ਇਹਨਾਂ ਤੇ ਵਿਚਰਦੇ ਵੀ ਹੋ ਕਮਿਊਨਿਟੀ ਦੇ ਵਿੱਚ। ਜਦੋਂ ਇਸ ਵੇਲੇ ਮੁਸਲਿਮ ਕਮਿਊਨਿਟੀ ਦੇ ਉੱਤੇ ਇਹ ਹਾਲਾਤ ਬਣੇ ਨੇ, ਇੰਨਾ ਵੱਡਾ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤੁਹਾਡੇ ਨਜ਼ਰੀਏ ਤੋਂ ਇਹ ਘਟਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਕੈਨੇਡਾ ਆ ਇਹ ਕਿਸੇ ਇੱਕ ਕੌਮ ਦਾ ਮੁਲਕ ਨਹੀਂ ਹੈਗਾ, ਇਹ ਮਲਟੀਕਲਚਰਲ ਕੰਟਰੀ ਆ। ਸਾਰਿਆਂ ਨੂੰ ਇਹਨੇ ਬੜੀਆਂ ਖੁੱਲ੍ਹੀਆਂ ਬਾਹਾਂ ਦੇ ਨਾਲ ਜਿਹੜਾ ਤੇ ਸੱਦਾ ਦਿੱਤਾ ਹੋਇਆ। ਤੇ ਜਦੋਂ ਵੀ ਸਾਡਾ ਇਹ ਸਾਰਾ ਭਾਈਚਾਰਾ ਜਿਹਦੇ ਵਿੱਚ ਕਿ ਹਰੇਕ ਬਾਰੇ ਦੇ ਲੋਕ ਆ, ਗੋਰੇ, ਕਾਲੇ, ਚੀਨੇ, ਪੀਲੇ, ਸਾਡੇ ਨੇਟਿਵ ਜਿਹੜੇ ਮੂਲ ਨਿਵਾਸੀ ਆ, ਅਸੀਂ ਆ ਗਏ, ਪਾਕਿਸਤਾਨੀ ਹੋ ਗਏ, ਸਾਰੇ ਹੈ ਨਾ, ਜਦੋਂ ਵੀ ਕਿਸੇ ਦੇ ਉੱਤੇ ਅਜਿਹਾ ਹਮਲਾ ਹੁੰਦਾ ਜਿਹੜਾ ਕਿ ਇੱਦਾਂ ਲੱਗਦਾ ਵੀ ਇਹ ਗਲਤ ਚੀਜ਼ ਹੋਈ ਆ, ਤਾਂ ਉਦੋਂ ਫਿਰ ਸਾਰੀ ਕਮਿਊਨਿਟੀ ਜਿਹੜੀ ਆ ਇਕੱਠੀ ਹੁੰਦੀ ਆ। ਹੁਣ ਲੰਡਨ ਟੈਰੀਓ ਦੇ ਵਿੱਚ ਜਿਹੜਾ ਅਟੈਕ ਹੋਇਆ ਆ, ਇਹ ਇਕੱਲੇ ਮੁਸਲਿਮ ਭਾਈਚਾਰੇ 'ਤੇ ਨਹੀਂ ਹੈਗਾ, ਕਿਉਂਕਿ ਇਹੋ ਜਿਹਾ ਅਟੈਕ ਸਾਡੇ ਬਜ਼ੁਰਗ ਹੰਢਾ ਚੁੱਕੇ ਆ, ਠੀਕ ਹੈ, ਚਾਹੇ ਉਹ 70s ਸੀਗੇ, 80s ਸੀਗੇ, ਇੱਥੋਂ ਤੱਕ ਕਿ 90s ਦੇ ਵਿੱਚ ਵੀ ਸਰੀ ਦੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਕੇਅਰ ਟੇਕਰ ਸੀਗੇ ਨਿਰਮਲ ਸਿੰਘ ਗਿੱਲ, ਉਹਨਾਂ ਨੂੰ ਨਸਲੀ ਜਿਹੜੇ ਸੀਗੇ ਇਹ ਉਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀਗਾ। ਸੋ ਇਹ ਜਿਹੜਾ ਥ੍ਰੈਟ ਹੈਗਾ ਰੀਅਲ ਆ, ਜਿਸ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ
ਨਫ਼ਰਤ ਵਧੀ ਆ। ਜਿਵੇਂ ਕਹਿ ਲਓ ਵੀ ਇੱਕ ਰਾਈਟ ਵਿੰਗ ਜਿਹੜੇ ਲੋਕ ਸੋਚ ਰੱਖਦੇ ਆ ਉਹ ਅੱਗੇ ਆਏ ਆ। ਉਸ ਤੋਂ ਬਾਅਦ ਇਹ ਲੱਗਦਾ ਸੀਗਾ ਵੀ ਕੁਛ ਨਾ ਕੁਛ ਗਲਤ ਹੋਣਾ ਆ। ਸੋ ਅਸੀਂ ਦੇਖ ਰਹੇ ਹਾਂ ਵੀ ਕਦੀ ਅਮਰੀਕਾ ਦੇ ਵਿੱਚ, ਕਦੀ ਇੰਗਲੈਂਡ 'ਚ, ਕਦੀ ਇੱਥੇ ਜਿਹੜੀਆਂ ਰਾਈਟ ਵਿੰਗ ਸੋਚ ਵਾਲੇ ਲੋਕ ਆ ਉਹ ਇੱਦਾਂ ਹਮਲੇ ਕਰਦੇ ਆ। ਤਾਂ ਜਿਹੜਾ ਇਹ ਅਟੈਕ ਹੋਇਆ ਉਹ ਬੜਾ ਮੰਦਭਾਗਾ, ਬਹੁਤ ਕਹਿ ਲਓ ਵੀ ਇੱਕ ਫੈਮਿਲੀ ਤਬਾਹ ਹੋ ਗਈ। ਅਤੇ ਜਿਹੜਾ ਸਾਡਾ ਪਾਕਿਸਤਾਨੀ ਪੰਜਾਬੀ ਭਾਈਚਾਰਾ ਉਹਨੂੰ ਵੱਡੀ ਠੇਸ ਪਹੁੰਚੀ ਆ। ਅਤੇ ਅਸੀਂ ਤਾਂ ਹੈਗੇ ਹਮਸਾਏ ਆ, ਸਾਡਾ ਪੰਜਾਬ ਇੱਕ ਆ। ਸੋ ਕੁਦਰਤੀ ਤੌਰ ਦੇ ਉੱਤੇ ਦੁੱਖ ਲੱਗਣਾ ਸੁਭਾਵਿਕ ਹੀ ਸੀਗਾ। ਪਰ ਇਹ ਗੱਲ ਇਕੱਲੇ ਪਾਕਿਸਤਾਨੀ ਪੰਜਾਬੀ ਨਹੀਂ, ਕਿਸੇ ਨਾਲ ਵੀ ਹੋਵੇ, ਚਾਹੇ ਇਦੋਂ ਪਹਿਲਾਂ ਕੈਮਲੂਪਸ ਵਿੱਚ ਆਪਾਂ ਦੇਖ ਕੇ ਹਟੇ ਹਾਂ 215 ਜਿਹੜੇ ਬੱਚਿਆਂ ਦੇ ਪਿੰਜਰ ਲੱਭੇ ਆ, ਜਾਂ ਹੋਰ ਕੋਈ ਨਸਲੀ ਹਮਲਾ ਹੁੰਦਾ ਇਹ, ਕਿਉਂਕਿ ਜੇ ਉਹਨਾਂ ਦੇ ਉੱਤੇ ਹੋਇਆ ਕੱਲ੍ਹ ਨੂੰ ਸਾਡੇ 'ਤੇ ਵੀ ਹੋ ਸਕਦਾ। ਅਟੈਕ ਉਹਨਾਂ ਦੇ ਉੱਤੇ ਤਾਂ ਹੁੰਦਾ ਕਿਉਂਕਿ ਉਹਨੇ ਬੰਦੇ ਨੇ ਕੁੜਤਾ ਅਤੇ ਨਾਲ ਸਲਵਾਰ ਪਾਈ ਹੋਈ ਸੀ। ਜਿਹੜੀਆਂ ਬੀਬੀਆਂ ਸੀਗੀਆਂ ਉਹਨੇ ਸੂਟ ਪਾਏ ਸੀਗੇ, ਅਤੇ ਸਾਡੇ ਬਜ਼ੁਰਗ ਵੀ ਤਾਂ ਉਵੇਂ ਘੁੰਮਦੇ ਆ, ਅਤੇ ਉਹਨਾਂ ਦੇ ਵੀ ਕੋਈ ਟਰੱਕ ਚਾੜ੍ਹ ਸਕਦਾ ਕੱਲ੍ਹ ਨੂੰ। ਜੇ ਅਸੀਂ ਨਹੀਂ ਬੋਲਾਂਗੇ, ਜੇ ਸਾਨੂੰ ਇੱਦਾਂ ਲੱਗੂਗਾ ਵੀ ਸਾਨੂੰ ਕੀ, ਫਿਰ ਇਹ ਜਿਹੜੀ ਵੱਡੀ ਪ੍ਰੋਬਲਮ ਹੋਣੀ ਆ। ਕਈ ਵਾਰੀ ਸਾਡੇ ਲੋਕ ਨਾ ਜਿੱਦਾਂ ਜਾਣ ਕੇ ਨਹੀਂ, ਉਹਨਾਂ ਨੂੰ ਗੱਲ ਦੀ ਸਮਝ ਨਹੀਂ ਹੁੰਦੀ, ਉਹ ਇੱਦਾਂ ਕਹਿ ਦਿੰਦੇ ਆ ਮੁਸਲਮਾਨਾਂ ਨਾਲ ਹੋਇਆ ਆ ਇਹ, ਅਸੀਂ ਸਿੱਖ ਹਾਂ, ਠੀਕ ਆ। ਉਹ ਮਤਲਬ ਇਹ ਉਹ ਕਹਿਣਾ ਹੁੰਦਾ ਆ ਵੀ ਅਸੀਂ ਮੁਸਲਮਾਨਾਂ ਨਾਲ, ਪਰ ਇੱਕ ਨਾਲ ਸੁਨੇਹਾ ਇਹ ਦਿੱਤਾ ਤੁਸੀਂ ਮੁਸਲਮਾਨਾਂ ਨਾਲ ਕਰੋ ਓਕੇ ਆ, ਸਾਡੇ ਨਾਲ ਨਾ ਹੋਵੇ। ਪਰ ਅਮਰੀਕਾ ਦੇ ਵਿੱਚ ਆਪਾਂ ਦੇਖਿਆ ਵੀ ਕਿੰਨੇ ਬਲਵੀਰ ਸਿੰਘ ਸੋਢੀ ਉਹਨਾਂ ਤੋਂ ਬਾਅਦ 9/11 ਤੋਂ ਬਾਅਦ ਕਿੰਨੇ ਅਟੈਕ ਜਿਹੜੇ ਹੋਏ ਆ। ਸੋ ਉਹਦਾ ਇੱਕੋ ਇੱਕ ਅਵੇਅਰਨੈਸ, ਜਿਹੜੇ ਆਪਣੇ ਆਪ ਨੂੰ ਵੀ ਅਵੇਅਰ ਕਰੋ, ਅਤੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ। ਕਾਫੀ ਸਮਾਂ ਹੋ ਗਿਆ ਕੈਨੇਡਾ ਦੇ ਵਿੱਚ ਆਇਆ ਨੂੰ, ਤੁਸੀਂ ਕੈਨੇਡਾ ਦੀ ਕੀ ਨਬਜ਼ ਫੜੀ ਹੈ? ਇੱਥੇ ਗੱਲ ਕੀਤੀ ਜਾਂਦੀ ਹੈ ਇਕੁਐਲਿਟੀ ਦੀ, ਇੱਥੇ ਗੱਲ ਕੀਤੀ ਜਾਂਦੀ ਹੈ ਆਜ਼ਾਦੀ ਦੀ, ਇੱਥੇ ਗੱਲ ਕੀਤੀ ਜਾਂਦੀ ਹੈ ਸਾਰੀਆਂ ਕਮਿਊਨਿਟੀਆਂ ਨੂੰ ਤਵੱਜੋ ਦੇਣ ਦੀ ਔਰ ਬਰਾਬਰਤਾ 'ਤੇ ਰੱਖਣ ਦੀ, ਔਰ ਹਰ ਫੈਸਿਲਿਟੀਜ਼ ਜਿਹੜੀਆਂ ਨੇ ਉਹ ਵੀ ਕਿਹਾ ਜਾਂਦਾ ਵੀ ਬਰਾਬਰਤਾ ਦੇ ਉੱਤੇ ਦਿੱਤੀਆਂ ਜਾਂਦੀਆਂ ਨੇ। ਫਿਰ ਕਮੀ ਕਿੱਥੇ ਦੇਖੀ ਜਾਂਦੀ? ਜਦੋਂ ਇੱਦਾਂ ਦੀਆਂ ਘਟਨਾਵਾਂ ਖੜੀਆਂ ਹੁੰਦੀਆਂ, ਜਦੋਂ ਇੱਦਾਂ ਦੀਆਂ ਘਟਨਾਵਾਂ ਦੇਖਦੇ ਹਾਂ ਤਾਂ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ, ਸਪੈਸ਼ਲੀ ਸਰਕਾਰ ਦੇ ਉੱਤੇ। ਅਸਲ ਦੇ ਵਿੱਚ ਕਮੀ ਇਹ ਹੈ ਕਿ ਜਦੋਂ ਸਰਕਾਰ ਦਾ ਧਿਆਨ ਦਿਵਾਇਆ ਜਾਂਦਾ ਵੀ ਇੱਥੇ ਗਲਤ ਹੋ ਰਿਹਾ, ਜਾਂ ਕਈ ਪਾਰਟੀਆਂ ਜਿਹੜੀਆਂ ਇਹੋ ਜਿਹੀ ਸੋਚ ਨੂੰ ਜਿਹੜੀ ਆ ਉਹ ਸ਼ਹਿ ਦਿੰਦੀਆਂ, ਉਦੋਂ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ। ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਕੀ ਹੋਇਆ, ਟਰੰਪ ਦੇ ਕਰਕੇ ਲੋਕ ਜਿਹੜੇ ਆ ਕਿੰਨੇ ਨਫ਼ਰਤੀ ਅੱਗੇ ਆਏ ਆ। ਉਹੀ ਸੋਚ ਵਾਲੇ ਲੋਕ ਇੱਥੇ ਵੀ ਹੈਗੇ ਆ, ਅਤੇ ਉਹਨਾਂ ਨੂੰ ਜਿਹੜੀ ਸ਼ਹਿ ਦਿੰਦੀਆਂ ਪਾਰਟੀਆਂ ਆ ਉਹਨਾਂ ਨੂੰ ਸਮਝਣ ਦੀ ਲੋੜ ਆ, ਅਤੇ ਜਿਹੜੇ ਲੋਕ ਇਹਨਾਂ ਦਾ ਵਿਰੋਧ ਕਰਦੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ। ਇਹ ਪ੍ਰੋਬਲਮ ਜਿਹੜੀ ਆ ਇਹ ਧਰਾਵਾਂ ਚੱਲਦੀਆਂ ਰਹਿੰਦੀਆਂ। ਪਹਿਲਾਂ ਜਿਹੜਾ ਜ਼ਿਆਦਾ ਪਿਆਰ ਸੀਗਾ, ਭਰਪਣ ਸੀਗਾ। ਹੁਣ ਜਿਵੇਂ ਜਿਵੇਂ ਇਹ ਰਾਈਟ ਵਿੰਗ ਸੋਚ ਜਿਹੜੀ ਆ ਉਹ ਤੇਜ਼ੀ ਫੜ ਰਹੀ ਆ, ਇਹੋ ਜਿਹੀਆਂ ਘਟਨਾਵਾਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਆ। ਕਈ ਅਟੈਕ ਜਿਹੜੇ ਇਹੋ ਜਿਹੇ ਹੋ ਚੁੱਕੇ ਆ। ਸੋ ਸਰਕਾਰ ਜਿਹੜੀ ਆ ਉਹਨੇ ਆਪਣਾ ਜ਼ੋਰ ਲਾਉਣਾ ਆ, ਸਰਕਾਰ ਨੇ ਆਪਣੀ ਸਿਆਸਤ ਵੀ ਵਿੱਚ ਕਰਨੀ ਆ। ਪਰ ਜਿਹੜੇ ਲੋਕ ਆ ਜੇ ਉਹ ਸਰਕਾਰ ਨੂੰ ਜਵਾਬਦੇਹ ਬਣਾਉਣਗੇ ਹਰ ਗੱਲ ਦੇ ਉੱਤੇ, ਤਾਂ ਸਰਕਾਰਾਂ ਫਿਰ ਜ਼ਰੂਰ ਕੁਛ ਕਰਨਗੀਆਂ। ਥੈਂਕ ਯੂ ਜੀ। ਸੋ ਗੁਰਪ੍ਰੀਤ ਸੋਤਾ ਜੀ ਵੀ ਨਾਲ ਜੁੜੇ ਹੋਏ ਸੀਗੇ, ਤੇ ਤਮਾਮ ਗੱਲਬਾਤ ਕਰਨ ਤੋਂ ਬਾਅਦ ਇਹ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਵੀ ਕਿਤੇ ਨਾ ਕਿਤੇ ਹੁਣ ਲੋਕ ਡਰਨ ਲੱਗ ਗਏ ਨੇ, ਤੇ ਇਹਨਾਂ ਘਟਨਾਵਾਂ ਨੂੰ ਜੇ ਠੱਲ ਪਾਉਣੀ ਹੈ, ਹੇਟ ਕ੍ਰਾਈਮ ਨੂੰ ਜੇ ਖਤਮ ਕਰਨਾ, ਇਸ ਨਫ਼ਰਤ ਭਰੀ ਚੀਜ਼ ਨੂੰ ਅੰਦਰੋਂ ਖਤਮ ਕਰਨਾ ਲੋਕਾਂ ਦੇ, ਤਾਂ ਉਹਦੇ ਵਾਸਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਹਮਲਾ ਮਾਰਨ ਦੀ ਲੋੜ ਹੈ। ਸਾਡੇ ਨਾਲ ਮਨਿੰਦਰ ਸਿੰਘ ਵੀ ਜੁੜੇ ਹੋਏ ਨੇ। ਮਨਿੰਦਰ, ਤੁਸੀਂ ਅੱਜ ਇੱਥੇ ਪਹੁੰਚੇ ਹੋ, ਔਰ ਜਿਸ ਤਰੀਕੇ ਨਾਲ ਇਸ ਮੁਸਲਿਮ ਪਰਿਵਾਰ ਦੇ ਨਾਲ ਜੋ ਹੋਇਆ, ਔਰ ਇਹ ਹੇਟ ਕ੍ਰਾਈਮ ਨਾਲ ਜੁੜੀ ਘਟਨਾ, ਔਰ ਇੰਨਾ ਜ਼ਿਆਦਾ ਨਫ਼ਰਤ ਫੈਲ ਰਹੀ ਹੈ, ਜਦਕਿ ਕੈਨੇਡਾ ਦੇ ਵਿੱਚ ਇਹ ਕਿਹਾ ਜਾਂਦਾ ਕਿ ਇੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ, ਕੀ ਕਹਿਣਾ ਚਾਹੋ? ਹਾਂਜੀ, ਇਹਨੂੰ ਹੇਟ ਕ੍ਰਾਈਮ ਨਾ ਗਿਣੀ ਹੈ। ਹੇਟ ਕ੍ਰਾਈਮ ਜਿਹੜੀ ਹੈ ਉਹ ਇੰਡੀਵਿਜੂਅਲਾਈਜ਼ ਕਰ ਦਿੰਦੀ ਹੈ ਐਕਟ ਨੂੰ। ਇਹ ਇੱਕ ਐਕਟ ਆਫ ਡੋਮੈਸਟਿਕ ਟੈਰਰਿਜ਼ਮ ਹੈ। ਸੋ ਜਦੋਂ ਅਸੀਂ ਇਹਨੂੰ ਪਰਖਦੇ ਹਾਂ ਕਿ ਇਹਦੇ ਵਿੱਚ ਕੀ ਹੁੰਦਾ ਹੈ, ਜਦੋਂ ਹੇਟ ਕ੍ਰਾਈਮ ਹੁੰਦਾ ਹੈ ਉਹਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਕਿਸੇ ਆਪ ਦੀ ਕੋਈ ਨਫ਼ਰਤ, ਨਿੱਜੀ ਨਫ਼ਰਤ ਕਰਕੇ ਉਹ ਇੱਦਾਂ ਦੇ ਕਦਮ ਚੁੱਕਦਾ ਆ। ਪਰ ਇਹ ਕੋਈ ਇੱਦਾਂ ਦਾ ਕੋਈ ਨਿੱਜੀ ਕਦਮ ਨਹੀਂ ਸੀਗਾ। ਇਹ ਸਾਨੂੰ ਪਤਾ ਆ ਕਿ ਜਿਹੜੀ ਰਾਈਟ ਵਿੰਗ ਆ, ਜਿਹੜੇ ਸੱਜੇ ਪੱਖੀ ਜਿਹੜੀ ਸੋਚ ਆ ਵਾਈਟ ਸੁਪਰੈਮੇਸੀ ਦੀ, ਇਹ ਉਹਦੇ ਵਿੱਚੋਂ ਬਰੀਡ ਹੋ ਕੇ ਬਾਹਰ ਨਿਕਲੀ ਆ। ਅਤੇ ਕਈ ਦਹਾਕਿਆਂ ਦੇ ਵਿੱਚ ਇਹ ਗੱਲਾਂ ਹੋਈਆਂ, ਸਿੱਖਾਂ ਦੇ ਨਾਲ ਵੀ ਹੋਈ ਆ, ਇੱਥੇ ਲੋਕਲ ਸਟੋਰੀ ਦੇ ਵਿੱਚ ਵੀ ਇਹ ਗੱਲ ਜਿਹੜੀ ਹੋਈ ਸੀਗੀ। ਅਤੇ ਜਿਹੜੇ ਇਹਦੇ ਐਕਟਸ ਆਫ ਵਾਇਲੈਂਸ ਆ ਕਦੀ ਕਦੀ ਇਸ ਨਤੀਜੇ ਤੱਕ ਪਹੁੰਚ ਜਾਂਦੇ ਆ ਜਿੱਥੇ 4 ਜਿਹੜੇ ਮਾਸੂਮ ਜ਼ਿੰਦਗੀਆਂ ਉਸ ਅਸੀਂ ਗਵਾਈਆਂ ਐਜ਼ ਅ ਲੋਕਲ ਸਾਰੀ ਕਮਿਊਨਿਟੀ ਨੇ। ਹੇਟ ਕ੍ਰਾਈਮ ਦੇ ਵਿੱਚ ਇੱਕ ਹੋਰ ਵੀ ਗੱਲ ਆ ਜਿਹੜੀ ਸਾਨੂੰ ਅੰਡਰਸਟੈਂਡ ਕਰਨੀ ਚਾਹੀਦੀ ਹੈ। ਉਹਦੇ ਵਿੱਚ ਜਿਹੜੀ ਪੈਨਲਟੀਜ਼ ਆ ਉਹ ਵੀ ਇੰਨੀ ਸਖਤ ਨਹੀਂ ਹੁੰਦੀਆਂ। ਉਹਦੇ ਵਿੱਚ ਇੱਕ ਰਿਫੋਰਮ ਅਤੇ ਮੈਂਟਲ ਹੈਲਥ ਅਤੇ ਕਈ ਚੀਜ਼ਾਂ ਉਹਦੇ ਵਿੱਚ ਜੋੜੀਆਂ ਜਾਂਦੀਆਂ ਆ। ਜਿਹੜੀ ਇੱਕ ਆਈਡੀਓਲੋਜੀਕਲ ਬਿਹੇਵੀਅਰ ਆ ਉਹਨੂੰ ਫਿਰ ਪਾਸੇ ਕਰ ਦਿੱਤਾ ਜਾਂਦਾ ਆ ਕਿ ਜਿਹੜਾ ਟੈਰਰਿਜ਼ਮ ਆ ਉਹਦਾ ਮਤਲਬ ਹੈ ਕਿ ਇਹ ਜਿਹੜਾ ਐਕਟ ਆ ਪ੍ਰੀ ਮੈਡੀਟੇਟਡ, ਅਤੇ ਉਹਦੇ ਵਿੱਚ ਪਹਿਲਾਂ ਸੋਚ ਸਮਝ ਕੇ ਕਿ ਇਹ ਮੈਂ ਕਰਨਾ ਆ। ਜਦੋਂ ਮੈਂ ਇਹ ਕਰ ਦਿੱਤਾ, ਇਹਦੇ ਵਿੱਚ ਇੱਕ ਡਰ ਪੈਦਾ ਹੋਊਗਾ, ਟੈਰਰ ਪੈਦਾ ਹੋਊਗਾ ਇੱਕ ਕਮਿਊਨਿਟੀ ਦੇ ਵਿੱਚ, ਅਤੇ ਉਹਨਾਂ ਨੇ ਟਾਰਗੇਟ ਕੀਤਾ ਆ ਮੁਸਲਮਾਨ ਭਾਈਚਾਰੇ ਨੂੰ। ਅਤੇ ਉਹਦੇ ਵਿੱਚ ਹੋ ਸਕਦਾ ਕੱਲ੍ਹ ਨੂੰ ਸੁਪਰੈਮੇਸੀ ਹੈ ਜਦੋਂ ਸਿਰ ਚੁੱਕੂਗੀ, ਇਹਦੇ ਵਿੱਚ ਸਿੱਖ, ਹਿੰਦੂ, ਹੋਰ ਘੱਟ ਗਿਣਤੀਆਂ ਜਿਹੜੀਆਂ ਉਹ ਵੀ ਆ ਸਕਦੀਆਂ।
ਇੱਦਾਂ ਦੇ ਅਟੈਕ ਪਹਿਲਾਂ ਵੀ ਹੋ ਚੁੱਕੇ ਨੇ ਮਨਿੰਦਰ, ਨਾ ਸਿਰਫ ਮੁਸਲਿਮ ਭਾਈਚਾਰੇ ਦੇ ਉੱਤੇ ਬਲਕਿ ਪੰਜਾਬੀ ਕਮਿਊਨਿਟੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਗਿਆ, ਨਸਲੀ ਟਿੱਪਣੀ ਉਹਨਾਂ ਦੇ ਉੱਤੇ ਕੀਤੀ ਜਾਂਦੀ ਸੀ। ਇਨਫੈਕਟ ਉਹਨਾਂ ਦੀ ਦਿੱਖ ਨੂੰ ਲੈ ਕੇ, ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਵੀ ਉਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਸੀ। ਸੋ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਵੀ ਇਹਨਾਂ ਦੇ ਉੱਤੇ ਕੰਮ ਚੱਲ ਰਿਹਾ, ਅਸੀਂ ਇਸ ਚੀਜ਼ ਲਈ ਜਗ੍ਹਾ ਨਹੀਂ ਹੈ ਕੈਨੇਡਾ ਦੇ ਵਿੱਚ। ਜਦੋਂ ਅਮਰੀਕਾ ਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ, ਸਪੈਸ਼ਲੀ ਜਾਰਜ ਫਲੋਇਡ ਵਾਲਾ ਮੁੱਦਾ ਅਸੀਂ ਸਾਰਿਆਂ ਨੇ ਦੇਖਿਆ, ਤਾਂ ਜਿਸ ਤਰੀਕੇ ਨਾਲ ਬਲੈਕ ਮੂਲ ਜਿਹੜੇ ਲੋਕ ਸੀਗੇ ਉਹ ਸਾਰੇ ਇਕੱਠੇ ਹੋਏ ਔਰ ਕਿੰਨਾ ਉਸ ਟਾਈਮ ਦੇ ਉੱਤੇ ਸਾਰੀਆਂ ਕੰਟਰੀਆਂ ਦੇ ਵਿੱਚ ਇਸ ਚੀਜ਼ ਦੀ ਆਵਾਜ਼ ਗੂੰਜੀ। ਸੋ ਇਹ ਆਵਾਜ਼ ਗੂੰਜਦੀ ਹੈ, ਪ੍ਰੋਟੈਸਟ ਹੁੰਦੇ ਨੇ ਜਾਂ ਫਿਰ ਕੈਂਡਲ ਵਿਜਲ ਹੁੰਦੇ ਨੇ, ਦੈਨ ਫਿਨਿਸ਼, ਉੱਥੇ ਖਤਮ ਹੋ ਜਾਂਦੇ। ਸਰਕਾਰਾਂ ਵੀ ਭਾਸ਼ਣ ਦਿੰਦੀਆਂ ਨੇ, ਆਪਣੇ ਬਿਆਨ ਦਿੰਦੀਆਂ ਨੇ ਤੇ ਕਹਿੰਦੀਆਂ ਅਸੀਂ ਇਸ ਤੇ ਕੰਮ ਕਰ ਰਹੀਆਂ। ਸੋ ਇਹ ਇੱਥੋਂ ਤੱਕ ਹੀ ਸੀਮਿਤ ਹੈਗਾ, ਰਹਿਣਾ ਚਾਹੀਦਾ ਹੈ ਜਾਂ ਇਹਦੇ ਲਈ ਕੀ ਹੰਭਲਾ ਮਾਰਨ ਦੀ ਲੋੜ ਹੈ? ਕਿੱਥੇ ਕਮੀ ਤੁਸੀਂ ਦੇਖਦੇ ਹੋ? ਹਾਂਜੀ, ਜਦੋਂ ਤੁਸੀਂ ਮੀਡੀਆ ਦੇ ਵਿੱਚ ਕਿ ਜੇ ਤੁਹਾਨੂੰ ਇੱਦਾਂ ਦਾ ਕੋਈ ਸਵਾਲ ਪੁੱਛੇ ਕਿ ਕੀ ਕਰਨਾ ਚਾਹੀਦਾ ਹੈ, ਕਿ ਜਿਹੜੀ ਐਕਸਟ੍ਰੀਮ ਸੋਚ ਆ, ਜਦੋਂ ਲੋਕ ਇੰਨਾ ਧੱਕਾ ਹੁੰਦਾ ਆ, ਜਿਹੜੀ ਬਲੈਕ ਲਾਈਵਜ਼ ਆ, ਜਿਹੜੇ ਕਾਲਿਆਂ ਦੀ ਜਿਹੜੀ ਕਮਿਊਨਿਟੀ ਹੈ ਅਮਰੀਕਾ ਦੇ ਵਿੱਚ 400 ਸਾਲ ਦੀ ਇੱਕ ਬੜੀ ਸਖਤ ਗੁਲਾਮੀ ਥੱਲੇ ਹੋ ਰਹੀ, ਤੇ 400 ਸਾਲਾਂ ਬਾਅਦ ਹਾਲੇ ਵੀ ਆਪਣੀ ਆਵਾਜ਼ ਲੱਭ ਰਹੀ ਆ। ਇੰਨੇ ਕੁਚਲੇ ਹੋਏ ਲੋਕ ਇੱਥੇ ਜਿਹੜੀ ਇੰਡੀਜਨਸ ਕਮਿਊਨਿਟੀਜ਼ ਆ, 215 ਬੱਚੇ ਜਿਹੜੇ ਉਹਨਾਂ ਦੇ ਲੱਭੇ ਆ ਪਿਛਲੇ ਹਫ਼ਤਿਆਂ ਦੇ ਵਿੱਚ ਕੈਮਲੂਸ ਜਿਹੜੇ ਦੱਬੇ ਆ, ਉਹ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਕੀ ਕਰਨ, ਜਦੋਂ ਅਸੀਂ ਇੱਦਾਂ ਗੱਲ ਕਰਦੇ ਹਾਂ ਕਿ ਜਿਹੜੀ ਇੰਸਟੀਟਿਊਸ਼ਨਲਾਈਜ਼ ਰੇਸਿਜ਼ਮ ਆ, ਤਾਂ ਨਹੀਂ ਕੁਛ ਹੁੰਦਾ ਮੇਰੇ ਹਿਸਾਬ ਦੇ ਨਾਲ, ਜਿੰਨੀ ਕੁ ਇਹਦੇ ਵਿੱਚ ਮੈਨੂੰ ਜਾਣਕਾਰੀ ਹੈ ਤੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਪਰ ਜਿੰਨਾ ਪੜ੍ਹਿਆ ਵੀ ਹੈ, ਕਿ ਜਿਹੜੇ ਸਕਾਲਰਸ ਆ ਉਹਨਾਂ ਦੇ ਕੋਲੋਂ ਵੀ ਜਦੋਂ ਅਸੀਂ ਸੁਣਦੇ ਹਾਂ ਗੱਲਾਂ, ਉਹ ਉਹਨੂੰ ਇੱਦਾਂ ਐਕਸਪਲੇਨ ਕਰਦੇ ਆ ਕਿ ਜਿਹੜੀ ਰੇਸਿਜ਼ਮ ਆ ਉਹ ਇੰਸਟੀਟਿਊਸ਼ਨਲਾਈਜ਼ ਹੋਈ ਆ। ਅਸੀਂ ਕੀ ਕਰਦੇ ਹਾਂ, ਅਸੀਂ ਉਹਨੂੰ ਇੰਡੀਵਿਜੂਅਲਾਈਜ਼ ਕਰ ਦਿੰਦੇ ਹਾਂ ਕਿ ਇੱਕ ਬੰਦਾ, 4 ਬੰਦੇ, 5 ਬੰਦੇ, ਪਰ ਜਦੋਂ ਅਸੀਂ ਉਹਨੂੰ ਇੰਸਟੀਟਿਊਸ਼ਨਲਾਈਜ਼ ਕਹਿੰਦੇ, ਉਹਦਾ ਮਤਲਬ ਇਹ ਹੈ ਕਿ ਫਿਰ ਕਿਹੜੀ ਇੰਸਟੀਟਿਊਸ਼ਨ ਹੈ ਜਿਹਦੇ ਵਿੱਚ ਇਹ ਰੇਸਿਜ਼ਮ ਜਿਹੜੀ ਹੈ ਉਹ ਐਨ ਆਪਣੀ ਜਿਹੜੀ ਜੜ੍ਹਾਂ ਉਹਨੇ ਵਿਛਾਈਆਂ ਆ, ਉਹ ਗਵਰਨਮੈਂਟ ਤੋਂ ਸ਼ੁਰੂ ਹੁੰਦਾ ਆ। ਇਹ ਗਵਰਨਮੈਂਟ ਫੈਡਰਲ, ਮਿਊਨਿਸਪਲ, ਪ੍ਰੋਵਿੰਸ਼ੀਅਲ, ਨਾਲ ਪੁਲਿਸਿੰਗ, ਜਿਹੜੀ ਪੁਲਿਸ ਫੋਰਸਿਸ ਆ ਸਾਰੀ ਕੰਟਰੀ ਦੇ ਵਿੱਚ, ਤੇ ਜਿਹੜੀ ਆਰਮੀ ਆ, ਇਹ ਸਾਰੇ ਜਿਹੜੇ ਸਟਰਕਚਰਸ ਆ ਇੰਸਟੀਟਿਊਸ਼ਨਲਾਈਜ਼ ਰੇਸਿਜ਼ਮ ਤੇ ਹੀ ਬਣੇ ਆ, ਕਿਉਂਕਿ ਇਹਨਾਂ ਨੇ ਉਹ ਬਾਹਰਲੇ ਲੋਕਾਂ ਨੂੰ ਪਹਿਲਾਂ ਕਾਬੂ ਕਰਨਾ ਹੁੰਦਾ ਸੀਗਾ। ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਇਹਨੂੰ ਜਿੱਦਾਂ ਡੀਕਨਸਟਰਕਟ ਕਰਨਾ ਆ, ਡੀਕਨਸਟਰਕਟ ਤਾਂ ਹੋਊਗਾ ਕਿ ਅਸੀਂ ਇਹਨੂੰ ਮੁੜ ਕੇ ਤੋੜ ਕੇ ਇੱਕ ਵਾਰੀ ਬਣਾਉਣਾ ਪੈਣਾ ਆ, ਕਿਉਂਕਿ ਹੁਣ ਜਿੱਦਾਂ ਉਹ ਬਣੇ ਆ ਉਹਦੇ ਵਿੱਚ ਜਿਹੜੀ ਵਾਈਟ ਪ੍ਰਿਵਿਲੇਜ ਆ, ਵਾਈਟ ਸੁਪਰੈਮੇਸੀ ਆ, ਉਹ ਕਿਤੇ ਨਾ ਕਿਤੇ ਆਪਣਾ ਉਹ ਸੋਚ ਜਿਹੜੀ ਆ ਉੱਥੇ ਰਹਿੰਦੀ ਆ ਉਹਨਾਂ ਦੇ ਵਿੱਚ। ਤੇ ਉਹਦਾ ਇੱਕ ਜਿਹੜਾ ਬੜਾ ਸਿੰਪਲ ਜਿਹੜੀ ਗੱਲ ਆ, ਉਹਦਾ ਤੁਸੀਂ ਸੋਚ ਸਕਦੇ ਆ ਕਿ ਜਦੋਂ ਇਹ ਜਿਹੜੀ ਪ੍ਰੋਬਲਮ ਪੈਦਾ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੀ ਵਾਈਟ ਕਮਿਊਨਿਟੀ ਆ, ਉਹ ਇੱਕ ਆਲਮੋਸਟ ਪਰਸਨਲਾਈਜ਼ ਇਹਨੂੰ ਕਰ ਲੈਂਦੇ ਆ, ਉਹ ਡਿਫੈਂਸਿਵ ਹੋ ਜਾਂਦੇ ਆ ਕਿ ਕੀ ਜੋ ਹੋਇਆ ਸਿਰਫ ਇਹੀ ਸੀਗਾ, ਅਸੀਂ ਇੱਦਾਂ ਦੇ ਨਹੀਂ ਹੈਗੇ। ਪਰ ਉਹਨਾਂ ਨੇ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਖੜਨਾ ਵੀ ਨਹੀਂ ਹੈਗਾ, ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਇਹਨੂੰ ਨਿਖੇਧਣਾ ਵੀ ਨਹੀਂ ਹੈਗਾ। ਇਹਦਾ ਇੱਕ ਬੜਾ ਬੇਸਿਕ ਜਿਹੜੀ ਗੱਲ ਹੈ, ਸਾਨੂੰ ਪਤਾ ਕਿ 2018 ਦੇ ਵਿੱਚ ਜਦੋਂ ਟੈਰਰਿਜ਼ਮ ਰਿਪੋਰਟ ਨਿਕਲੀ ਸੀ, ਉਹਦੇ ਵਿੱਚ ਸਿੱਖਾਂ ਦਾ ਜ਼ਿਕਰ ਆਇਆ, ਸਾਰੀ ਕਮਿਊਨਿਟੀ ਦਾ। ਉਹ ਤੋਂ ਬੜਾ ਭਾਰਾ ਇੱਕ ਸਟੈਪ ਸਿੱਖ ਕਮਿਊਨਿਟੀ ਨੇ ਚੁੱਕਿਆ ਉਹਨੂੰ ਫਾਈਟ ਕਰਨ ਲਈ। ਪਰ ਜਦੋਂ ਮੇਨ ਸਟ੍ਰੀਮ ਮੀਡੀਆ ਨੇ ਉਹਨੂੰ ਕਵਰੇਜ ਦਿੱਤੀ, ਜਦੋਂ ਅਸੀਂ ਰਿਵੋਕ ਵੀ ਕਰਾ ਲਿਆ, ਸਾਰੀ ਕਮਿਊਨਿਟੀ ਨੇ ਇਕੱਠਾ ਖੜਾ ਹੋ ਕੇ ਉਹਨੂੰ ਰਿਵੋਕ ਕਰਾਤਾ, ਮੇਨ ਸਟ੍ਰੀਮ ਮੀਡੀਆ ਦਾ ਇਹ ਨਹੀਂ ਬਿਆਨ ਸੀ ਕਿ ਸਿੱਖ ਟੈਰਰਿਸਟ, ਸਟ੍ਰੀਮ ਮੀਡੀਆ ਦਾ ਬਿਆਨ ਇਹ ਸੀ ਕਿ ਸਿੱਖਾਂ ਨੇ ਇਸ਼ੂ ਨੂੰ ਪੋਲੀਟੀਸਾਈਜ਼ ਕਰਕੇ ਆਪਣਾ ਨਾਂ ਕਢਾ ਲਿਆ, ਮਤਲਬ ਕਿ ਅਸੀਂ ਟੈਰਰਿਸਟ ਹੀ ਹਾਂ। ਸੋ ਮੇਨ ਸਟ੍ਰੀਮ ਮੀਡੀਆ, ਗਵਰਨਮੈਂਟ, ਪੁਲਿਸਿੰਗ, ਇਹ ਸਾਰੀਆਂ ਚੀਜ਼ਾਂ ਇੰਸਟੀਟਿਊਸ਼ਨਲਾਈਜ਼ ਰੇਸਿਜ਼ਮ ਦੇ ਵਿੱਚੋਂ ਹੀ ਚੱਲਦੀਆਂ ਆ। ਅਸੀਂ ਆਲਵੇਜ਼ ਇਹਨਾਂ ਲਈ ਅਦਰ ਹਾਂ। ਉਹ ਇਹ ਸੋਚਦੇ ਆ ਕਿ ਉਹਨਾਂ ਨੇ ਇੱਥੇ ਆਣ ਕੇ ਉਹ ਇੰਡੀਜਨਸ ਲੋਕਾਂ, ਮੂਲ ਨਿਵਾਸੀ ਲੋਕਾਂ ਤੋਂ ਇਹ ਜ਼ਮੀਨ ਖੋਈ ਆ, ਇਹ ਧਰਤੀ ਖੋਹ ਲਈ, ਹੁਣ ਉਹਨਾਂ ਨੇ ਆਪਣਾ ਸੈਟਅਪ ਇੱਥੇ ਕੀਤਾ ਆ। ਅਸੀਂ ਉਹਨਾਂ ਲਈ ਅਦਰ ਬਣ ਗਏ ਹਾਂ। ਅਸੀਂ ਜਿੰਨੇ ਮਰਜ਼ੀ ਅਸੀਂ ਜ਼ੋਰ ਲਾ ਲਈਏ, ਅਸੀਂ ਓਨੇ ਇਹਨਾਂ ਦੀ ਅੱਖਾਂ ਦੇ ਵਿੱਚ ਕੈਨੇਡੀਅਨ ਨਹੀਂ ਬਣ ਸਕਦੇ। ਸਾਡੇ ਲਈ ਉਹ ਵੀ ਇੱਕ ਫਰਕ ਆ, ਸਾਨੂੰ ਪ੍ਰੂਵ ਕਰਨਾ ਪੈਂਦਾ ਆ ਆਪਣਾ ਰੂਪ ਦੇ ਵਿੱਚ, ਆਪਣੀ ਬੋਲੀ ਦੇ ਵਿੱਚ। ਅਸੀਂ ਆਲਵੇਜ਼ ਇੱਥੇ ਹਾਂ ਤੇ ਉਹ ਇੱਥੇ ਹਾਂ। ਹਾਂਜੀ, ਥੈਂਕ ਯੂ। ਸੋ ਇੱਥੇ ਲੋਕ ਬਹੁਤ ਜ਼ਿਆਦਾ ਜਿਹੜੇ ਇਕੱਠੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਨਾ ਸਿਰਫ ਮੁਸਲਿਮ ਕਮਿਊਨਿਟੀ ਦੇ ਲੋਕ ਬਲਕਿ ਪੰਜਾਬੀ ਕਮਿਊਨਿਟੀ, ਹਿੰਦੂ ਕਮਿਊਨਿਟੀ, ਸਾਰੇ ਲੋਕ ਇੱਥੇ ਉਹਨਾਂ ਦੇ ਨਾਲ ਇਕੱਠੇ ਹੋਏ ਨੇ ਤੇ ਪਹੁੰਚੇ ਹੋਏ ਨੇ ਤੇ ਤਮਾਮ ਜਿਹੜੇ ਲੋਕ ਨੇ ਸ਼ਰਧਾਂਜਲੀ ਵੀ ਦੇ ਰਹੇ ਨੇ ਔਰ ਕੈਂਡਲ ਜਿਹੜਾ ਹੈ ਮਾਰਚ ਕੀਤਾ ਜਾ ਰਿਹਾ ਹੈ। ਹਰਜੀਤ ਗਿੱਲ ਜੀ ਸਾਡੇ ਨਾਲ ਰੇਡੀਓ ਹੋਸਟ ਨੇ, ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਹਰਜੀਤ ਜੀ, ਇਸ ਘਟਨਾ ਨੂੰ ਤੁਸੀਂ ਵੀ ਦੇਖਿਆ ਜਿਸ ਤਰੀਕੇ ਨਾਲ ਮੁਸਲਿਮ ਪਰਿਵਾਰ ਦੇ ਨਾਲ ਹੋਈ ਹੈ ਤੇ ਇੱਕ ਰੇਡੀਓ ਹੋਸਟ ਤੁਸੀਂ ਵੀ ਹੈਗੇ ਹੋ। ਇੱਦਾਂ ਦੀਆਂ ਘਟਨਾਵਾਂ ਅਸੀਂ, ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਕੋਲ ਹਫ਼ਤੇ ਦੇ ਵਿੱਚ, ਮਹੀਨੇ ਤੱਕ ਪਹੁੰਚ ਹੀ ਜਾਂਦੀ ਹਰ ਕਮਿਊਨਿਟੀ ਦੇ ਨਾਲ, ਕਦੇ ਸਿੱਖ ਪੰਜਾਬੀਆਂ ਨਾਲ, ਸਿੱਖ ਕਮਿਊਨਿਟੀ ਦੇ ਨਾਲ। ਸੋ ਕੀ ਕਹਿਣਾ ਚਾਹੋਗੇ, ਇਹ ਨਫ਼ਰਤ ਭਰਿਆ ਜਿਹੜਾ ਰਵੱਈਆ ਹੈ, ਇਹ ਕਦੋਂ ਜਾ ਕੇ ਸਿਲਸਿਲਾ ਰੁਕੇਗਾ? ਮੁਸਲਮਾਨ ਲੋਕਾਂ ਦੀ ਨੈਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਹੈ ਜੀ, ਉਹਨਾਂ ਨੇ ਕੁਝ ਡੇਟਾ ਦਿੱਤੇ ਨੇ। 2019 'ਚ 70 ਘਟਨਾਵਾਂ ਨੇ ਹੇਟ ਕ੍ਰਾਈਮ ਦੀਆਂ, ਸੋ ਐਵਰੇਜ 5 ਇੱਕ ਮਹੀਨੇ 'ਚ। ਇਹਦੀ ਸ਼ੁਰੂਆਤ ਚਾਹੇ 100 ਵਰੇ ਪਹਿਲਾਂ ਹੋਈ, ਸਿੱਖ 1897 1900 'ਚ ਆ ਗਏ, ਬਹੁਤ ਔਖਿਆਂ ਸਮਾਂ 'ਚ ਲੰਘੇ ਆ। 25-30 ਸਾਲ ਆਪਾਂ ਤਾਂ ਚੰਗੇ ਸਮੇਂ 'ਚ ਆਏ, ਆਪਾਂ ਨੂੰ ਪਤਾ ਨਹੀਂ। ਹਲੇ ਵੀ ਆਹ ਸਮੇਂ 'ਚ ਹੁਣ ਸੈਕੂਲਰ ਲਾ ਪਾਸ ਹੋਇਆ ਕੁਬੈਕ 'ਚ, ਉਹ ਸ਼ੁਰੂਆਤ ਹੈ।
ਤੁਸੀਂ ਇੱਕ ਦੇਸ਼ 'ਚ ਇੱਕ ਸੋਵਰਨ ਨੇਸ਼ਨ 'ਚ ਆਪਣੀ ਆਇਡੈਂਟੀਫਿਕੇਸ਼ਨ ਲਾ ਕੇ ਨਹੀਂ ਤੋ ਜਾ ਸਕਦੇ। ਇਹਦਾ ਮਤਲਬ ਵੀ ਰੰਗਦਾਰ ਬੰਦੇ ਆਇਡੈਂਟੀਫਾਈ ਨੇ, ਜਿਹੜੇ ਸੁਨੱਖੇ ਨੇ ਉਹ ਆਇਡੈਂਟੀਫਾਈ। ਆਈ ਹੈਵ ਟੂ ਬੀ ਬਲੂ ਆਈਜ਼ ਟੂ ਲਿਵ ਇਨ ਦਿਸ ਕੰਟਰੀ। ਬਿਲਕੁਲ ਪਹਿਚਾਨ ਦਾ ਇੱਕ ਮੁੱਦਾ। ਹਾਂ, ਹੋਰ ਕੀ ਕਹਾਣਾ, ਉਹਦਾ ਕੀ ਇਸ਼ੂ ਹੈ ਜੀ? ਸੈਕੂਲਰ ਲਾ ਦਾ ਵੀ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ, ਤੁਸੀਂ ਹਿਜਾਬ ਨਹੀਂ ਲੈ ਸਕਦੇ, ਤੁਸੀਂ ਕ੍ਰਾਸ ਤਾਂ ਦਿਖਦਾ ਨਹੀਂ, ਹਿਜਾਬ ਤੇ ਦਸਤਾਰ ਮੇਰੀ ਦਿਖਦੀ ਹੈ। ਜਿੱਦਣ ਉਹ ਸੀ ਸਮਾਂ, ਉਸ ਦਿਨ ਸਾਡੇ ਮਾਈਨੋਰਿਟੀ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਨਾ ਬੰਦੇ, ਉਹਨਾਂ ਨੂੰ ਆਪਣੇ ਟੇਬਲਾਂ ਤੇ ਹੱਥ ਮਾਰਨਾ ਚਾਹੀਦਾ ਸੀ। ਕਿਸੇ ਨੇ ਨਹੀਂ ਮਾਰਿਆ। ਅੱਜ ਹੁਣ ਸਭ ਜਿਨ੍ਹਾਂ ਦੇ ਮਰ ਗਏ ਉਹ ਚਲੇ ਗਏ, ਜਿਨ੍ਹਾਂ ਦੇ ਮਰਨੇ ਨੇ ਆਉਣ ਵਾਲੇ ਸਮੇਂ 'ਚ ਉਹ। ਤੇ ਇੱਥੇ ਸਿਆਸਤਦਾਨ ਹਾਜ਼ਰੀ ਲਗਵਾਉਣ ਜ਼ਰੂਰ। ਦੇਖਿਓ ਤੁਸੀਂ ਹੁਣ ਦੇਖ ਲਿਓ। ਮੈਂ ਜੇ ਮੈਨੂੰ ਸਮਾਂ ਮਿਲਿਆ ਮੈਂ ਚੈਲੰਜ ਕਰੂੰ ਬਈ ਕਹੋ ਸੈਕੂਲਰ ਲਾ ਦੇ ਖਿਲਾਫ, ਕਹੋਗੇ ਜਾ ਕੇ? ਨਹੀਂ ਕਹਿ ਸਕਦੇ। ਉਹ ਸ਼ੁਰੂਆਤ ਆ, ਉਹ ਨੌਟ ਆ, ਜਿਹੜੀ ਅਸਲ ਰਸੌਲੀ ਉਹ ਹੈ। ਬਾਕੀ ਤੁਸੀਂ ਮੈਂ ਜੀ ਕੱਖ ਨਹੀਂ ਕਰ ਸਕਦੇ। ਮੈਂ ਵਰਿਆਂ ਤੋਂ ਰੇਡੀਓ ਤੇ ਆ, ਅਸੀਂ ਤਾਂ ਆਪਣੇ ਵੱਲੋਂ ਸਾਰਾ ਕੇਟਰ ਕਰ ਦੇਣਾ। ਸਾਨੂੰ ਪਤਾ ਨਹੀਂ ਅਸੀਂ ਵੋਟਾਂ ਸਾਡਾ ਵੀ ਇੱਕ ਮਾਧਿਅਮ ਜਿਹੜਾ ਰਹਿੰਦਾ, ਅਵੇਅਰਨੈਸ ਦਾ ਰਹਿੰਦਾ ਵੀ ਲੋਕਾਂ ਨੂੰ। ਜੀ ਬਿਲਕੁਲ ਉਹੀ ਅਸੀਂ ਕਰ ਰਹੇ ਹਾਂ। ਤੇ ਪਰ ਜਿੱਥੋਂ ਚੀਜ਼ਾਂ ਬਣਨੀਆਂ ਨੇ, ਜਿੱਥੇ ਦਸਤਖਤ ਹੋਣੇ ਨੇ, ਉਹ ਆਊਟ ਵਾ। ਉਹ ਹਾਂ ਉੱਥੇ ਸੁਨੇਹਾ ਚਾਹੀਦਾ ਬਈ ਐਜ਼ ਏ ਨੇਸ਼ਨ, ਐਜ਼ ਏ ਪੰਜਾਬੀ ਨਾ ਵੀ ਆਰ ਡਿਟਰਮਿਨਡ। ਅਸੀਂ ਡਿਟਰਮਿਨ ਆ। ਹੁਣ ਅਸੀਂ ਤਹਈਆ ਕੀਤਾ, ਤੁਹਾਨੂੰ ਅਸੀਂ ਦੱਸਾਂਗੇ ਵੀ ਤੁਸੀਂ ਸਾਡੀਆਂ ਸੜਕਾਂ ਤੇ ਬੰਦੇ ਮਰ ਰਹੇ ਨੇ, ਬੱਚੇ ਮਰ ਰਹੇ। 3 ਪੀੜ੍ਹੀਆਂ ਜੀ ਇਕੱਠੀਆਂ ਖਤਮ ਹੋਈਆਂ, 3 ਪੀੜ੍ਹੀਆਂ। ਤੇ ਹੁਣ ਕਿੰਨਾ ਨੁਕਸਾਨ, ਹਰਜੀਤ ਜੀ, ਕਿੰਨੇ ਨੁਕਸਾਨ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ? ਹੋਰ ਕਿੰਨਾ ਹੋਣਾ ਹੈ? ਸਰਕਾਰ ਇਹ ਜ਼ਰੂਰ ਕਹਿੰਦੀ ਹੈ, ਜਗਮੀਤ ਸਿੰਘ ਨੇ ਵੀ ਇਸ ਚੀਜ਼ ਦੀ ਆਵਾਜ਼ ਚੁੱਕੀ ਹੈ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਵੀ ਇਹ ਹੀਟ ਕ੍ਰਾਈਮ ਜਿਹੜਾ, ਇਹ ਨਫ਼ਰਤ ਭਰਿਆ ਰਵੱਈਆ, ਇਹ ਦਿਸ ਇਜ਼ ਨਾਟ ਕੈਨੇਡਾ। ਔਰ ਜਾਂ ਫਿਰ ਉਹ ਕਹਿੰਦੇ ਨੇ ਇਜ਼ ਦਿਸ ਕੈਨੇਡਾ। ਮਤਲਬ ਇਹ ਦੋਨੋਂ ਉਹਨਾਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਵੀ ਅਸੀਂ ਇਦਾਂ ਦਾ ਕੈਨੇਡਾ ਨਹੀਂ ਚਾਹੁੰਦੇ ਸੀਗੇ ਤੇ ਨਾ ਸਾਨੂੰ ਲੱਗਦਾ ਸੀ ਵੀ ਇਦਾਂ ਦਾ ਕੈਨੇਡਾ ਬਣ ਜੂ। ਪਰ ਇਹ ਕੈਨੇਡਾ ਜਿੱਥੇ ਸਾਰੇ ਲੋਕ ਪਨਾਹ ਲੈਂਦੇ ਨੇ, ਆ ਕੇ ਜਦੋਂ ਬਹਿੰਦੇ ਨੇ, ਉਹਨਾਂ ਨੂੰ ਲੱਗਦਾ ਹੈ ਅਸੀਂ ਇੱਕ ਇਦਾਂ ਦੇ ਮੁਲਕ ਵਿੱਚ ਜਾ ਰਹੇ ਹਾਂ ਜਿੱਥੇ ਨਫ਼ਰਤ ਦੇ ਲਈ, ਵੱਖਰੇਵਾਂ ਹੋਣ ਦੇ ਲਈ, ਇਹਨਾਂ ਚੀਜ਼ਾਂ ਲਈ, ਭੇਦਭਾਵ ਲਈ ਜਗ੍ਹਾ ਨਹੀਂ ਹੈਗੀ। ਪਰ ਸਟਿਲ ਜਦੋਂ ਕਮਿਊਨਿਟੀਆਂ ਨਾਲ ਐਡੇ ਵੱਡੇ ਹਾਦਸੇ ਹੁੰਦੇ ਨੇ ਤਾਂ ਉਦੋਂ ਅਸੀਂ ਇਕੱਤਰ ਹੁੰਦੇ ਹਾਂ ਤੇ ਇਸ ਤੇ ਗੱਲਾਂ ਕਰ ਲੈਂਦੇ ਹਾਂ। ਦੈਟਸ ਇਟ, ਫਿਨਿਸ਼। 2019 ਦੀਆਂ ਇਲੈਕਸ਼ਨਾਂ ਦੇ ਵਿੱਚ ਉਹੀ ਐਨਡੀਪੀ ਪਾਰਟੀ ਦੀ ਰਾਜਨੀਤੀ ਦੀ ਵੀ ਮੈਂ ਗੱਲ ਕਰਾਂ, ਜੈਕ ਲੇਟਨ ਉਹਨੇ ਮੈਜੋਰਿਟੀ ਲੈ ਕੇ ਆਏ। ਉਹੀ ਪਾਰਟੀ ਆ, ਸੇਮ ਪਾਰਟੀ ਆ। 19 'ਚ ਕਿਉਂ ਘਾਟਾ ਪਿਆ? 19 'ਚ ਜਗਮੀਤ ਸਿੰਘ ਨੇ ਕਹਿਤਾ ਵੀ ਮੈਂ ਆ ਸੈਕੂਲਰ ਲਾ ਦੇ ਖਿਲਾਫ ਆ, ਸਿੰਪਲ। ਪਰ ਉਹ ਪੋਲੀਟੀਕਲ ਜਿਹੜੀ ਪੋਲੀਟੀਕਲ ਉਹ ਸੁਇਸਾਈਡ ਆ, ਵੋਟਾਂ ਨਹੀਂ ਪਈਆਂ। ਠੀਕ ਆ, ਸੱਚ ਨੇ ਬੋਲਣਾ। ਜੇ ਮਲਮੀ ਗੱਲ ਕਰ ਲੈਣੀ, ਤੁਸੀਂ ਰੋਈ ਚੱਲੋ, ਜਸਟਿਨ ਟਰੂਡੋ ਰੋਈ ਜਾਵੇ, ਐਰਨ ਓਟੂਲ ਰੋਈ ਜਾਵੇ, ਇਹ ਕਿਸੇ ਪਾਸੇ ਨਹੀਂ ਜੀ ਕਹਾਣੀ। ਹਾਂ, ਗੱਲ ਇਹ ਸੀ ਬਈ ਜਿੱਦਣ ਉਹ ਬੰਦੇ ਮਰੇ ਸੀ ਉਹ ਕਹੇ ਓਕੇ ਇਹ ਇਨਫ ਇਜ਼ ਇਨਫ। ਹੁਣ ਮੈਂ ਸੈਕੂਲਰ ਲਾ ਨੂੰ ਦੁਬਾਰਾ ਚੈੱਕ ਕਰੂੰ ਵੀ ਇਹ ਕਿਉਂ ਆ। ਤੁਹਾਡੇ ਦੇਸ਼ ਦਾ ਇੱਕ ਸੂਬਾ ਹੈ, ਤੁਸੀਂ ਕਿਉਂ ਨਹੀਂ ਕਰ ਸਕਦੇ? ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦਾ? ਕਿਉਂਕਿ ਉੱਥੋਂ ਸੀਟਾਂ ਆਉਣੀਆਂ ਨੇ, ਉਹਦੇ ਨਾਲ ਸਰਕਾਰ ਬਣਨੀ। ਸੋ ਇਹ ਕੁਛ ਨਹੀਂ। ਫੰਡਿੰਗ ਸਭ ਤੋਂ ਵੱਡਾ ਡਾਇਵਰਸਿਟੀ ਦਾ ਜਿਹੜਾ ਡਿਫਾਂਗ ਹੈ, ਡਾਇਵਰਸੀਫਾਈ। ਵਾਈ ਆਈ ਹੈਵ ਟੂ ਬੀ ਡਾਇਵਰਸਿਫਾਈ? ਬਿਕੋਜ਼ ਡਿਊ ਟੂ ਮਾਈ ਸਕਿਨ, ਮੇਰੇ ਰੰਗ ਕਰਕੇ। ਤੇ ਮੈਨੂੰ ਤੁਸੀਂ 10 ਬੰਦਿਆਂ ਨੇ ਜਿਨ੍ਹਾਂ ਦੀ ਸਰਕਾਰ ਦੇ ਨੇੜੇ ਆ, ਲਓ ਜੀ 5 ਮਿਲੀਅਨ ਡਾਇਵਰਸਿਟੀ। ਹਰਜੀਤ ਸਿੰਘ ਜੀ ਆਓ, ਪੈਰੀ ਦੁੱਲੇ ਜੀ ਆਓ ਜੀ, ਰੈਜ਼ਮੇ ਲਿਖੋ ਜੀ। ਕਮ ਔਨ, ਇਹ ਕੋਈ ਡਾਇਵਰਸਿਟੀ, ਕੋਈ ਬਹੁਤ ਸੱਭਿਆਚਾਰ ਨਹੀਂ। ਵੀ ਆਰ ਆਲ ਵਨ। ਕੋਈ ਡਾਇਵਰਸਿਟੀ, ਕੋਈ ਡਾਇਵਰਸਿਫਿਕੇਸ਼ਨ ਦੀ ਨਹੀਂ ਗੱਲ। ਦਿਸ ਇਜ਼ ਟੋਟਲੀ ਸਕੈਮ। ਜਿਹੜੇ ਸਾਡੀ ਕਮਿਊਨਿਟੀ 'ਚ ਬੰਦੇ ਨੇ, ਕੁਛ ਉਹ ਲੈ ਰਹੇ ਨੇ ਪੈਸੇ, ਕੀ ਕਰ ਰਹੇ ਨੇ ਡਾਇਵਰਸਿਟੀ ਲਈ? ਉਹ ਬੰਦੇ ਮਰ ਰਹੇ ਨੇ। ਸੋ ਇਹ ਕੁਛ ਨਹੀਂ ਜੀ ਹੈ। ਇਹ ਜਿੱਥੋਂ ਚੇਂਜਸ ਹੋਣੀਆਂ ਨੇ ਉੱਥੋਂ ਹੀ ਚੇਂਜਸ ਹੋਣੀਆਂ ਨੇ। ਅਸੀਂ ਆਪਣੇ ਵੱਲੋਂ ਸੁਨੇਹਾ ਦਿੰਦਾ ਰਹਿਣਾ ਇਹ ਸਾਡੀ ਡਿਊਟੀ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਸਿਆਸਤਦਾਨ ਜਿਹੜੇ ਨੇ ਉਹਨਾਂ ਦੀ ਕਿਤੇ ਨਾ ਕਿਤੇ ਕਮੀ ਦੇਖੀ ਜਾਂਦੀ ਹੈ, ਸਪੈਸ਼ਲੀ ਉਹ ਸਿਆਸਤਦਾਨ ਜਿਨ੍ਹਾਂ ਨੂੰ ਕਮਿਊਨਿਟੀ ਨੇ ਚੁਣਿਆ, ਜਿਨ੍ਹਾਂ ਨੂੰ ਆਪਣੇ ਨੁਮਾਇੰਦੇ ਜਿਹੜਾ ਹੈ ਉਹ ਚੁਣਿਆ, ਉਹ ਕਿਤੇ ਨਾ ਕਿਤੇ ਆਗੂਆਂ ਦੇ ਵਿੱਚ ਹੀ ਕਮੀ ਦੇਖੀ ਜਾ ਰਹੀ ਹੈ। ਸੋ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਇੱਥੇ ਹੋਰ ਵੀ ਲੋਕ ਪਹੁੰਚੇ ਨੇ, ਵੱਧ ਤੋਂ ਵੱਧ ਲੋਕਾਂ ਨਾਲ ਗੱਲ ਹੋ ਸਕੇ ਤੇ ਇਸ ਮੁੱਦੇ ਨੂੰ ਅਸੀਂ ਪੂਰੇ ਤਰੀਕੇ ਨਾਲ ਜਿਹੜਾ ਛਾਨਬੀਨ ਕਰ ਸਕੀਏ ਕਿ ਐਕਚੁਅਲ ਦੇ ਵਿੱਚ ਕਮੀ ਕਿੱਥੇ ਰਹਿ ਜਾਂਦੀ ਹੈ। ਜੀ ਸਰ, ਕੀ ਕਹਿਣਾ ਚਾਹੋਗੇ ਜੀ ਇਸ ਮੁੱਦੇ ਤੇ? ਤਰਕਸ਼ੀਲ ਕਮੇਟੀ ਦੇ ਵੱਲੋਂ ਇਹ ਆਏ ਨੇ, ਇਹਨਾਂ ਨਾਲ ਗੱਲ ਕਰਾਂਗੇ। ਸਰ, ਤੁਹਾਡਾ ਇਹ ਸਲੋਗਨ ਜਿਹੜਾ ਐਵਰੀ ਲਾਈਫ ਮੈਟਰਸ, ਹਰ ਜ਼ਿੰਦਗੀ ਮਹੱਤਵਪੂਰਨ ਹੈ, ਦੇਅਰ ਇਜ਼ ਨੋ ਸਪੇਸ ਫॉर ਹੇਅਰ ਇਨ ਕੈਨੇਡਾ। ਕੈਨੇਡਾ ਦੇ ਵਿੱਚ ਨਫ਼ਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ। ਸਰ, ਕੈਨੇਡਾ ਦੇ ਵਿੱਚ ਨਫ਼ਰਤ ਲਈ ਵਾਕਈ ਹੀ ਜਗ੍ਹਾ ਨਹੀਂ ਹੈ, ਅਸੀਂ ਸਾਰੇ ਜਾਣਦੇ। ਸਪੈਸ਼ਲੀ ਜਦੋਂ ਕੈਨੇਡਾ ਦੇ ਵਿੱਚ ਆਉਣਾ ਹੁੰਦਾ ਉਦੋਂ ਵੀ ਜਾਗਦੇ ਹਾਂ, ਉਦੋਂ ਵੀ ਇੱਥੇ ਅਸੀਂ ਚੀਜ਼ ਦੇ ਬਾਰੇ ਜਾਣਦੇ ਹਾਂ ਕਿ ਉੱਥੇ ਸ਼ਾਇਦ ਸਭ ਕੁਝ ਵਧੀਆ ਹੋਏਗਾ। ਇਹ ਜਿਹੜਾ ਭੇਦਭਾਵ ਜਿਹਾ ਸਾਨੂੰ ਦੇਖਣ ਨੂੰ ਮਿਲੇਗਾ ਨਹੀਂ, ਪਰ ਸਟਿਲ ਕਮਿਊਨਿਟੀਆਂ ਦੇ ਨਾਲ ਇਹ ਚੀਜ਼ ਹੁੰਦੀ ਹੈ। ਮੁਸਲਿਮ ਪਰਿਵਾਰ ਨਾਲ ਘਟਨਾ ਹੁਣ ਵਾਪਰੀ ਹੈ ਤਾਂ ਹੁਣ ਫਿਰ ਇਹੀ ਗੱਲਾਂ ਹੋ ਰਹੀਆਂ। ਬਿਲਕੁਲ ਤੁਸੀਂ ਸਹੀ ਫਰਮਾਇਆ। ਔਰ ਮੈਂ ਜਿਹੜੀ ਤੁਹਾਨੂੰ ਆਪਣੀ ਦਿਖਾਇਆ ਛੋਟੀ ਜਿਹੀ ਲਿਖਤ, ਸਾਡਾ ਮਕਸਦ ਜਿਹੜਾ ਹੈ ਐਜ਼ ਏ ਰੈਸ਼ਨਲ, ਐਜ਼ ਏ ਤਰਕਸ਼ੀਲ, ਸਾਡਾ ਮਕਸਦ ਹੈ ਜਿਹੜਾ ਅਸਲ ਮੁੱਦਾ ਹੈ ਉਸ ਨੂੰ ਫੜਨਾ, ਉਸ ਤੇ
ਅਮਲ ਕਰਨਾ, ਉਸ ਨੂੰ ਦੂਰ ਕਰਨਾ। ਜਿਹੜੀ ਨਫ਼ਰਤ ਹੈ, ਜਿਹੜੀ ਅੱਜ ਜਿਹੜਾ ਹਾਦਸਾ ਹੋਇਆ, ਜਿਹੜਾ ਕੀਤਾ ਗਿਆ, ਹੋਇਆ ਨਹੀਂ ਕੀਤਾ ਗਿਆ, ਜਿਹੜਾ ਵਾਪਰਿਆ, ਜਿਹਦੇ ਵਿੱਚ 4 ਜਾਨਾਂ ਚਲੀਆਂ ਗਈਆਂ, ਔਰ ਇਸ ਕਰਕੇ ਉਹ ਟਾਰਗੇਟ ਕੀਤਾ ਗਿਆ ਕਿ ਉਹ ਪਰਿਵਾਰ ਮੁਸਲਿਮ ਹੈ। ਇਹ ਨਫ਼ਰਤ ਪੈਦਾ ਕੌਣ ਕਰ ਰਿਹਾ ਹੈ, ਇਸ ਨੂੰ ਲਾਗੂ ਕੌਣ ਕਰ ਰਿਹਾ, ਇੰਪਲੀਮੈਂਟ ਕੌਣ ਕਰ ਰਿਹਾ, ਇਹ ਦੇਖਣ ਦੀ ਲੋੜ ਹੈ। ਸੋ ਸਾਨੂੰ ਇਹ ਸਾਰੀ ਸਭ ਤੋਂ ਜ਼ਿਆਦਾ ਨਫ਼ਰਤ ਜਿਹੜੀ ਹੈ ਅਸੀਂ ਖੁਦ ਫੈਲਾ ਰਹੇ ਹਾਂ, ਚਾਹੇ ਉਹ ਧਰਮ ਦੇ ਨਾਂ 'ਤੇ ਹੋਵੇ, ਰੰਗ ਦੇ ਨਾਂ 'ਤੇ ਹੋਵੇ, ਨਸਲ ਦੇ ਨਾਂ 'ਤੇ ਹੋਵੇ, ਦੇਸ਼ ਦੇ ਨਾਂ 'ਤੇ ਹੋਵੇ, ਕਿਸੇ ਚੀਜ਼ ਦੇ ਨਾਂ 'ਤੇ ਹੋਵੇ। ਸਰਕਾਰਾਂ ਤਾਂ ਇਹ ਕੁਝ ਚਾਹੁੰਦੀਆਂ ਨੇ, ਪਰ ਅਸੀਂ ਉਹਦਾ ਹਥਿਆਰ ਬਣੇ ਹੋਏ ਹਾਂ। ਸਰਕਾਰਾਂ ਦੀ ਉਹ ਸੋਚ ਦਾ ਹਥਿਆਰ ਅਸੀਂ ਖੁਦ ਬਣੇ ਹੋਏ ਹਾਂ। ਅਸੀਂ ਖੁਦ ਰਿਸਪੌਂਸੀਬਲ ਹਾਂ। ਸਾਨੂੰ ਇਹ ਰਿਸਪੌਂਸਿਬਿਲਟੀ ਲੈਣੀ ਪੈਣੀ ਆ ਕਿ ਅਸੀਂ ਨਫ਼ਰਤ ਨਹੀਂ ਫੈਲਾਉਣੀ। ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਅੱਜ ਵੀ ਜੇਕਰ ਅਸੀਂ ਇਕੱਠੇ ਹਾਂ ਤਾਂ ਸਾਨੂੰ ਇਨਸਾਨੀਅਤ ਤੌਰ ਤੇ ਆਪਦੇ ਆਪ ਨੂੰ ਪੇਸ਼ ਕਰਨਾ ਚਾਹੀਦਾ ਕਿ ਅਸੀਂ ਇਨਸਾਨੀਅਤ ਤੌਰ ਤੇ ਇਕੱਠੇ, ਨਾ ਕਿ ਹਿੰਦੂ, ਸਿੱਖ, ਮੁਸਲਮ, ਈਸਾਈ ਵਗੈਰਾ ਦੇ ਨਾਂ 'ਤੇ। ਜੇ ਅੱਜ ਵੀ ਅਸੀਂ ਇਸ ਗੱਲ ਨੂੰ ਚੱਕੀ ਫਿਰਦੇ ਹਾਂ, ਇੱਥੇ ਵੀ ਚੱਕੀ ਫਿਰਦੇ ਹਾਂ, ਤਾਂ ਅਸੀਂ ਨਫ਼ਰਤ ਘਟਾ ਨਹੀਂ ਰਹੇ, ਨਫ਼ਰਤ ਵਧਾ ਰਹੇ ਹਾਂ। ਸੋ ਸਾਡਾ ਤਰਕਸ਼ੀਲ ਸੁਸਾਇਟੀ ਦਾ ਹਮੇਸ਼ਾ ਇਹ ਸੁਨੇਹਾ ਰਿਹਾ, ਓਕੇ, ਸਾਡਾ ਤਰਕਸ਼ੀਲ ਸੁਸਾਇਟੀ ਦਾ ਹਮੇਸ਼ਾ ਇਹ ਸੁਨੇਹਾ ਰਿਹਾ ਔਰ ਰਹੂਗਾ ਵੀ। ਇਨਸਾਨੀਅਤ, ਹਿਊਮੈਨਿਟੀ ਜ਼ਿੰਦਾਬਾਦ। ਬਾਕੀ ਸਭ ਗੱਲਾਂ ਜਿਹੜੀਆਂ ਹੈਗੀਆਂ ਉਹ ਡਾਊਨ ਵਿਦ, ਮੁਰਦਾਬਾਦ। ਸੋ ਅਸੀਂ ਚਾਹੁੰਦੇ ਹਾਂ ਕਿ ਨਫ਼ਰਤ ਬਿਲਕੁਲ ਨਹੀਂ ਹੋਣੀ ਚਾਹੀਦੀ, ਇਨਸਾਨੀਅਤ ਸਾਡੇ ਵਿੱਚ ਹੋਵੇ। ਕਿਸੇ ਧਰਮ ਨੂੰ ਮੰਨੀਏ, ਕਿਸੇ ਰੰਗ ਨੂੰ, ਨਸਲ, ਜਾਤ ਦੇ ਕਿਸੇ ਦੇ ਹੋਈਏ, ਸਾਡਾ ਦੂਸਰੇ ਬੰਦੇ 'ਤੇ ਉਹਦਾ ਕੋਈ ਅਸਰ ਨਹੀਂ ਪੈਣਾ ਚਾਹੀਦਾ। ਜੇ ਅਸੀਂ ਇਸ 'ਤੇ ਪਹਿਰਾ ਦੇਵਾਂਗੇ ਤਾਂ ਬਿਲਕੁਲ ਠੀਕ ਹੈ, ਜੇ ਅਸੀਂ ਇਸ 'ਤੇ ਪਹਿਰਾ ਨਹੀਂ ਦਿੰਦੇ ਤਾਂ ਅਸੀਂ ਕਸੂਰਵਾਰ ਹਾਂ। ਥੈਂਕ ਯੂ। ਸੋ ਇੱਕ ਵਾਰੀ ਅਸੀਂ ਦਿਖਾ ਦਈਏ ਕਿ ਇਹ ਜਿਹੜੇ ਲੋਕ ਇੱਥੇ ਇਕੱਠੇ ਹੋਏ ਨੇ, ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਸਾਰਿਆਂ ਨੂੰ। ਇਸ ਵੇਲੇ ਬਹੁਤ ਸਾਰੇ ਲੋਕ ਇੱਥੇ ਪਹੁੰਚ ਚੁੱਕੇ ਨੇ ਔਰ ਇਹ ਹਾਲੈਂਡ ਪਾਰਕ ਦੇ ਵਿੱਚ ਇਸ ਵੇਲੇ ਸ਼ਾਮ ਦਾ ਸਮਾਂ 7:44 ਦਾ ਔਰ ਵੱਧ ਤੋਂ ਵੱਧ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਔਰ ਇਹ ਸਾਰੇ ਹੀ ਇੱਕੋ ਨਾਰਾ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਹਾਂ। ਜਿਹੜੇ ਪਰਿਵਾਰ ਦੇ ਨਾਲ ਇਹ ਘਟਨਾ ਵਾਪਰੀ ਹੈ, ਅਸੀਂ ਉਹਨਾਂ ਦੇ ਨਾਲ ਹਾਂ ਔਰ ਅਸੀਂ ਕਿਤੇ ਵੀ ਜਿਹੜਾ ਉਹਨਾਂ ਨੂੰ ਇਕੱਲੇ ਜਿਹੜਾ ਨਹੀਂ ਛੱਡਾਂਗੇ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਕਮਿਊਨਿਟੀਆਂ ਨੂੰ ਫਿਰ ਤੋਂ ਅਸੀਂ ਜਿਹੜਾ ਇੱਕ ਬਰਾਬਰ ਕਰ ਸਕੀਏ। ਸੋ ਸਾਡੇ ਨਾਲ ਇੱਥੇ ਹੋਰ ਵੀ ਗੈਸਟ ਜੁੜੇ ਹੋਏ ਨੇ। ਸਰ, ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਵੀ ਜਿਸ ਤਰੀਕੇ ਨਾਲ ਤੁਸੀਂ ਇੱਥੇ ਪਹੁੰਚੇ ਹੋ ਔਰ ਬਹੁਤ ਸਾਰੇ ਜਿਹੜਾ ਮੁਸਲਿਮ ਪਰਿਵਾਰ ਦੇ ਨਾਲ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ, ਕੀ ਤੁਸੀਂ ਕਹਿਣਾ ਚਾਹੋਗੇ, ਕਿਵੇਂ ਦੇਖਦੇ ਹੋ ਇਸ ਘਟਨਾ ਨੂੰ? ਪਹਿਲੀ ਗੱਲ ਤਾਂ ਮੇਰਾ ਨਾਮ ਕਿਰਪਾਲ ਬੈਸ ਹੈ ਤੇ ਮੈਂ ਈਸਟਰਨ ਡਿਫੈਂਸ ਕਮੇਟੀ ਦਾ ਪ੍ਰਤੀਨਿਧ ਹਾਂ ਇੱਥੇ। ਤੇ ਈਸਟਰਨ ਡਿਫੈਂਸ ਕਮੇਟੀ ਜਿਹੜੀ ਆ 1973 ਦੇ ਵਿੱਚ ਉਹ ਬਣੀ ਸੀਗੀ ਤੇ ਅਸੀਂ ਉਸ ਵੇਲੇ ਨਸਲਵਾਦ ਦੀ ਬਹੁਤ ਪ੍ਰਚਾਰ ਹੋ ਰਿਹਾ ਸੀ ਤੇ ਨਸਲਵਾਦੀ ਹਮਲੇ ਬਹੁਤ ਹੁੰਦੇ ਸੀ ਇਸ ਵੇਲੇ, ਤੇ ਉਹਦੇ ਅਸੀਂ ਡਿਫੈਂਸ ਦੇ ਲਈ ਅਸੀਂ ਇੱਕ ਕਮੇਟੀ ਬਣਾਈ ਸੀ ਕਿ ਉਹਦਾ ਜਵਾਬ ਦੇਣ ਲਈ। ਤੇ ਅਸੀਂ ਇਸੇ ਡਿਫੈਂਸ ਕਮੇਟੀ ਵੱਲੋਂ ਅਸੀਂ ਆਏ ਹਾਂ ਕਿ ਜਿਹੜੀ ਲੰਡਨ ontario ਦੇ ਵਿੱਚ ਟ੍ਰੈਜਡੀ ਹੋਈ ਆ, ਉਹਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਲਈ ਆਏ ਹਾਂ। ਤੇ ਉਹ ਸਾਨੂੰ ਇਹ ਪੂਰਾ ਆਪਣੇ ਦੁੱਖ ਆ ਔਰ ਅਸੀਂ ਮੁਸਲਿਮ ਕਮੇਟੀ ਦੇ ਖਾਸ ਕਰ ਕਮਿਊਨਿਟੀ ਦੇ ਵਿੱਚ ਅਸੀਂ ਦੁੱਖ ਸ਼ਰੀਕ ਹੁੰਦੇ ਹਾਂ ਔਰ ਅਸੀਂ ਇਹ ਆਸ ਕਰਦੇ ਹਾਂ ਔਰ ਅਸੀਂ ਇਹ ਸੱਦਾ ਵੀ ਦਿੰਦੇ ਹਾਂ ਕਿ ਜਿਹੜੀ ਇਸ ਦੁੱਖ ਨੂੰ ਤਾਕਤ ਦੇ ਵਿੱਚ ਬਦਲ ਕੇ ਇਹਦਾ ਜਵਾਬ ਦਿੱਤਾ ਜਾਵੇ। ਦੂਜੀ ਗੱਲ ਇਹ ਵੀ ਆ ਕਿ ਅਸੀਂ ਜਿੱਦਾਂ ਕਿ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅਸੀਂ ਇਹ ਟੈਰਰਿਸਟ ਐਕਟ ਆ ਤੇ ਅਸੀਂ ਆਪਣੇ ਇਹਦਾ ਚੰਗੀ ਤਰ੍ਹਾਂ ਜਵਾਬ ਦੇਵਾਂਗੇ, ਪਰ ਇਹ ਸਾਰੀ ਲਿਪ ਸਰਵਿਸ ਆ। ਓਕੇ, ਅਸੀਂ ਦੇਖਿਆ ਕਿ ਮਲਟੀ ਕਲਚਰਲਿਜ਼ਮ ਦੀ ਪਾਲਿਸੀ ਜਿਹੜੀ ਆ ਜਾਂ ਯੂਨਿਟੀ ਐਂਡ ਡਾਇਵਰਸਿਟੀ ਦੀ ਪਾਲਿਸੀ ਜਿਹੜੀ ਫੇਲ ਹੋ ਚੁੱਕੀ ਆ। ਪੁਲਿਸ ਔਰ ਜਿਹੜੀ ਆ ਗਵਰਨਮੈਂਟ ਅੱਜ ਤੱਕ ਕੁਛ ਨਹੀਂ ਕਰ ਸਕੀ ਕਿ ਇਹ ਕੋਈ ਪਹਿਲਾ ਹਮਲਾ ਨਹੀਂ ਹੈ ਮੁਸਲਮਾਨ ਕਮਿਊਨਿਟੀ ਦੇ ਜਾਂ ਮਾਈਨੋਰਿਟੀਜ਼ ਦੇ। ਇਹ ਨਿਊਜ਼ੀਲੈਂਡ ਦੇ ਵਿੱਚ 2019 'ਚ ਹੋਇਆ ਜਿੱਥੇ 51 ਬੰਦੇ ਮਾਰਤੇ ਮੋਸਕ ਦੇ ਵਿੱਚ, ਤੇ 217 ਦੇ ਵਿੱਚ ਇੱਥੇ ਆਪਣੇ ਮੌਂਟਰੀਆਲ ਦੇ ਵਿੱਚ ਕਿਊਬੈਕ ਸਿਟੀ ਦੇ ਵਿੱਚ ਹੋਇਆ। ਇਹ ਕਿਊਬੈਕ ਸਿਟੀ ਦੇ ਵਿੱਚ ਜਿੱਥੇ 6 ਬੰਦੇ ਮਾਰਤੇ ਸੀਗੇ। ਸੋ ਇਹ ਪਹਿਲਾ ਹਮਲਾ ਨਹੀਂ ਹੈ। ਤੇ ਸਾਨੂੰ ਇਹ ਵੀ ਤਜਰਬਾ ਹੈ ਕਿ 1970 ਤੋਂ ਲੈ ਕੇ ਉਸ ਵੇਲੇ ਸਾਡੇ ਕਮਿਊਨਿਟੀ ਦੇ ਵੀ ਬਹੁਤ ਹਮਲੇ ਹੁੰਦੇ ਸੀਗੇ। ਸਾਡੇ ਆਪਣੇ ਘਰਾਂ ਦੇ ਸ਼ੀਸ਼ੇ ਭੰਨੇ ਜਾਂਦੇ ਸੀ, ਬਜ਼ੁਰਗਾਂ ਦੇ ਹਮਲੇ ਕੀਤੇ ਜਾਂਦੇ ਸੀ। ਇਹ ਕਿ ਬੰਦੇ ਮਾਰੇ ਵੀ ਗਏ, ਇੱਕ ਨੌਜਵਾਨ ਨੂੰ ਮਾਰਿਆ ਗਿਆ, ਇੱਕ ਬਜ਼ੁਰਗ ਆਦਮੀ ਨੂੰ ਮਾਰਿਆ ਗਿਆ ਜਿਹੜੇ ਰੇਸਟ ਠੱਗ ਸੀਗੇ ਉਹਨਾਂ ਵੱਲੋਂ। ਪਰ ਉਸ ਵੇਲੇ ਵੀ ਅਸੀਂ ਕਮਿਊਨਿਟੀ ਨੇ ਏਕਤਾ ਕਰਕੇ ਸਾਰਿਆਂ ਨੇ ਉਹਦਾ ਜਵਾਬ ਦਿੱਤਾ। ਤੇ ਅਸੀਂ ਇਹ ਵੀ ਗੱਲ ਕਹਿਣੀ ਚਾਹੁੰਦੇ ਹਾਂ ਸਾਰੀ ਆਪਣੇ ਕੈਨੇਡੀਅਨ ਪੀਪਲਸ ਨੂੰ, ਕੈਨੇਡੀਅਨ ਲੋਕਾਂ ਨੂੰ ਇਹ ਕਾਲ ਅਪੋਨ ਕਰਦੇ ਹਾਂ ਕਿ ਇਹ ਪੁਲਿਸ ਜਾਂ ਗਵਰਨਮੈਂਟ 'ਤੇ ਇੰਨਾ ਡਿਪੈਂਡ ਨਾ ਕਰੋ। ਇਹਦਾ ਜਵਾਬ ਜਿਹੜਾ ਕਮਿਊਨਿਟੀਜ਼ ਨੂੰ ਸਾਰੀਆਂ ਨੂੰ ਇਕੱਠੇ ਹੋ ਕੇ ਇਹਦਾ ਜਵਾਬ ਦੇਣਾ ਚਾਹੀਦਾ ਹੈ ਆਪਣੀ ਡਿਫੈਂਸ ਦੇ ਲਈ। ਔਰ ਇਹਦੇ ਵਿੱਚ ਜਿਹੜੀ ਕੈਨੇਡੀਅਨ ਲੋਕ ਸਾਰੇ ਲੋਕ ਇਕੱਠੇ ਆ। ਇੱਕ ਮੈਜੋਰਿਟੀ ਰੇਸ ਜਿਹੜੀ ਇੱਕ ਮੈਜੋਰਿਟੀ ਰੇਸ ਜਿਹੜੀ ਆ ਉਹ ਮੈਜੋਰਿਟੀ 'ਚ ਹੋਵੇ ਔਰ ਉਹ ਪਾਵਰ 'ਚ ਹੋਵੇ। ਉਹਦਾ ਫਰਜ਼ ਆ ਕਿ ਮਾਈਨੋਰਿਟੀਜ਼ ਦੀ ਉਹ ਰੱਖਿਆ ਕਰੇ।
ਉਹ ਮੈਜੋਰਟੀ ਰੇਸ ਦਾ ਫਰਜ਼ ਆ ਕਿ ਮਾਲਟੋਜ਼ ਦੇ ਲਾਈਫ ਔਰ ਪ੍ਰੋਪਰਟੀ ਦੀ ਰੱਖਿਆ ਕਰੇ, ਜਿਹੜਾ ਕਿ ਇੱਥੇ ਨਹੀਂ ਹੋ ਰਿਹਾ। ਸੋ ਅਸੀਂ ਇੱਕ ਵਾਰੀ ਫੇਰ ਇਹ ਸੱਦਾ ਦਿੰਦੇ ਸਾਰੇ ਕੈਨੇਡੀਅਨ ਲੋਕਾਂ ਨੂੰ ਕਿ ਇਹ ਇਕੱਠੇ ਹੋ ਕੇ ਇਹ ਨਸਲਵਾਦ ਦਾ ਜਵਾਬ ਦਿੱਤਾ ਜਾਵੇ, ਜਿਹੜਾ ਕਿ ਬਸਤੀਵਾਦ ਨੇ ਵੈਸੇ ਇਹ ਤਿਆਰ ਕੀਤਾ ਹੈ। ਇਹਦੇ ਨਾਲ ਹੀ ਅਸੀਂ ਜਿਹੜੇ 215 ਬੱਚਿਆਂ ਦੀਆਂ ਲਾਸ਼ਾਂ ਨਿਕਲੀਆਂ ਆਪਣੇ ਹੋਈਆਂ ਕੈਮਲੂਸ ਰੈਜ਼ੀਡੈਂਸ ਸਕੂਲ ਦੇ ਵਿੱਚ, ਉਹਨਾਂ ਦੇ ਦੁੱਖ 'ਚ ਵੀ ਸ਼ਰੀਕ ਹੁੰਦੇ ਆ, ਅਤੇ ਨਾਲ ਜਿਹੜੇ ਪੈਲਸਟੀਨ ਲੋਕਾਂ ਦੇ ਜੋ ਹਮਲੇ ਹੋਇਆ ਇਜ਼ਰਾਈਲ ਉਹਦੇ ਵਿੱਚ ਵੀ। ਥੈਂਕ ਯੂ ਵੈਰੀ ਮਚ ਜੀ। ਸੋ ਇਸ ਵੇਲੇ BCMA ਦੇ ਪ੍ਰਧਾਨ ਵੀ ਸਾਡੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਨਾਲ ਵੀ ਇਸ ਬਾਬਤ ਅਸੀਂ ਗੱਲ ਕਰਾਂਗੇ। ਜੀ ਕੀ ਕਹਿਣਾ ਚਾਹੋਗੇ ਇਸ ਵੇਲੇ ਜਿਸ ਤਰੀਕੇ ਨਾਲ ਓਨਟਾਰੀਓ ਲੰਡਨ ਦੇ ਵਿੱਚ ਇਹ ਘਟਨਾ ਵਾਪਰੀ, ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ? Yes, exactly. Tonight we are all standing here and gathered here, definitely on this Sunday, where the humanity was killed silently and innocently. This action is really brutal. That's a terrorism against the visible minority, and by just visible. And obviously, we community here as a Canadian community in BC, in Vancouver, and especially the Canadian Muslim here in BC, we condemn this action of the terrorism, and we really honestly, loudly, we asking all level of the management, the government, to bring the justice in place, and this repeated action of this terrorism and killing innocent peoples may be stopped, because this is a repeated keep going on. ਅੱਗੇ ਕੀ ਕਰਨ ਦੀ ਲੋੜ ਹੈ, ਕਿਉਂਕਿ ਲੋਕ ਘਰਾਂ ਚੋਂ ਨਿਕਲਣ ਤੋਂ ਡਰਨ ਲੱਗ ਗਏ ਨੇ ਔਰ ਜਿਸ ਤਰੀਕੇ ਨਾਲ ਮੁਸਲਿਮ ਪਰਿਵਾਰ ਤੇ ਇਹ ਹਮਲਾ ਹੋਇਆ ਹੈ, ਕੀ ਲੱਗਦਾ ਹੈ ਮੁਸਲਿਮ ਪਰਿਵਾਰ ਇਹੀ ਹੁਣ ਮੰਗ ਕਰ ਰਹੇ ਨੇ? ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਡਰ ਲੱਗਣ ਲੱਗ ਗਿਆ ਕਿ ਸਰਕਾਰਾਂ ਇਸ ਚੀਜ਼ ਦਾ ਇੰਤਜ਼ਾਰ ਕਰ ਰਹੀਆਂ ਨੇ ਕਿ ਹੂ ਇਜ਼ ਨੈਕਸਟ। Definitely, if we look on the repeated incidents what happened in Montreal, and after that, if the government has placed certain things in systems, definitely it should stop. By community innocent peoples who are here, we are all multinationals, and we are here to develop the development of the Canada. If that brings the people scared sitting home, definitely this is a big sign of problem, and the government should definitely place something in system where all the minorities, I'm not talking about only Muslim, all the visible colorful minorities, where they can be walk with their own identity freely and securely. Thank you. So ਗੱਲ ਇੱਥੇ ਕੀਤੀ ਜਾਂਦੀ ਹੈ ਹਜੇ ਵੀ ਇਹੀ ਕਿ ਸਰਕਾਰ ਦੇ ਵਿੱਚ ਕਮੀ ਰਹਿ ਗਈ। ਹੁਣ ਜਦੋਂ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਤਾਂ ਸਾਡੀ ਕੋਸ਼ਿਸ਼ ਹੁੰਦੀ ਕਿ ਸਰਕਾਰੀ ਨੁਮਾਇੰਦੇ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਏ। MP ਰਣਦੀਪ ਸਰਾਏ ਜੀ ਵੀ ਸਾਡੇ ਨਾਲ ਇੱਥੇ ਜੁੜੇ ਹੋਏ ਨੇ। ਰਣਦੀਪ ਸਰਾਏ ਜੀ, ਇੱਥੇ ਕਮਿਊਨਿਟੀ ਦੇ ਲੋਕਾਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਕਮਿਊਨਿਟੀ ਦੇ ਲੋਕ ਇਹੀ ਕਹਿ ਰਹੇ ਨੇ ਵੀ ਕਿਤੇ ਨਾ ਕਿਤੇ ਸਾਡੇ ਵੱਲੋਂ ਚੁਣੇ ਜਿਹੜੇ ਨੁਮਾਇੰਦੇ ਨੇ ਉਹਨਾਂ 'ਚ ਕਮੀ ਹੈ, ਉਹ ਸਾਡੀ ਆਵਾਜ਼ ਉੱਦਾਂ ਨਹੀਂ ਚੁੱਕਦੇ ਤਾਂ ਕਿ ਅਸੀਂ ਸੇਫ ਰਹਿ ਸਕੀਏ। ਗੱਲ ਕਹੀ ਜਾਂਦੀ ਹੈ ਕਿ ਅਸੀਂ ਜਿਹੜਾ ਵੱਖਵਾਦ ਜਾਂ ਫਿਰ ਜਿਹੜੀ ਹੈ ਇੱਥੇ ਭੇਦਭਾਵ ਨੂੰ ਥਾਂ ਨਹੀਂ ਦਿੱਤੀ ਜਾਂਦੀ, ਪਰ ਇਹ ਸਾਰਾ ਕੁਝ ਇੱਥੇ ਹੋ ਰਿਹਾ। ਸੋ ਜਿਹੜੇ ਸਿਆਸਤਦਾਨ ਨੇ ਉਹ ਕਿਤੇ ਨਾ ਕਿਤੇ ਉਹਨਾਂ 'ਚ ਕਮੀ ਹੈਗੀ, ਸਾਡੀ ਆਵਾਜ਼ ਚੁੱਕਣੀ ਪਊ ਰਹੀ। ਸੋ ਦੇਖੋ, ਜਿੱਥੇ ਕਾਨੂੰਨ ਦੀ ਗੱਲ ਆ, ਕਾਨੂੰਨ ਤਾਂ ਸਾਡਾ ਬਹੁਤ ਵਧੀਆ ਔਰ ਇਨਸਾਫ ਵਾਲਾ ਕਾਨੂੰਨ ਆ। ਜਿੱਥੇ ਐਨਫੋਰਸਮੈਂਟ ਦੀ ਗੱਲ ਆ ਜਾਂਦੀ ਆ ਜਾਂ ਜਦੋਂ ਇੱਦਾਂ ਦੀ ਹਵਾ ਇੱਕ ਸ਼ੁਰੂ ਹੋ ਜਾਂਦੀ ਆ, ਇਹ ਹਵਾ ਸਾਨੂੰ ਸਾਰਿਆਂ ਨੂੰ ਪਤਾ ਕਿ ਜਦ ਖਾਸ ਕਰਕੇ ਡੋਨਲਡ ਟਰੰਪ ਯੂਨਾਈਟਿਡ ਸਟੇਟ ਸੀਗੇ, ਇਹਨੀ ਉੱਥੇ ਵੀ ਵਿਵਾਦ ਇਹ ਪੈਦਾ ਕੀਤੇ, ਉਹਦਾ ਇਫੈਕਟ ਕੈਨੇਡਾ 'ਚ ਵੀ ਕਾਫੀ ਖੁੱਲ੍ਹ ਹੋ ਗਈ ਆ। ਸੋ ਇਸ ਨੂੰ ਠੱਪ ਕਰਨ ਵਾਸਤੇ ਬਹੁਤ ਕੁਛ ਕਰਨਾ ਪੈਣਾ। ਅਸੀਂ ਇਸਲਾਮੋਫੋਬੀਆ ਦਾ ਸਟੱਡੀ ਵੀ ਕਰਵਾਈ ਆ, ਉਹਦੇ ਲਈ ਫੰਡਿੰਗ ਵੀ ਕੰਕਰੀਟਲੀ ਦਿੱਤੀ ਆ। ਪਰ ਅਗੇਨ ਇਹ ਚੀਜ਼ਾਂ ਜਿੱਦਾਂ ਹੁਣ ਇਹ ਨਫ਼ਰਤ ਦਾ ਕੌਣ ਸੋਚ ਸਕਦਾ ਕਿ ਇੱਕ ਆਮ ਪਰਿਵਾਰ ਤੁਰਦਾ ਵਾਕ ਲੈ ਜਾ ਰਿਹਾ ਅਤੇ ਇੱਕ ਵਿਅਕਤੀ ਨੇ ਕਾਰ ਦੇ ਨਾਲ ਹੀ ਉਹਨੂੰ ਧੁੰਨ ਦੇਣਾ ਨਾ। ਹੁਣ ਉਹਨੂੰ ਸਜ਼ਾ ਤਾਂ ਲੱਗੂਗੀ, ਆਸ ਕਰਦੇ ਕਿ ਹੇਟ ਕ੍ਰਾਈਮ ਦੀ ਵੀ ਹੋਊਗੀ, ਟੈਰਰਿਜ਼ਮ ਦੇ ਵੀ ਚਾਰਜਿਸ ਲੱਗਣਗੇ, ਪਰ ਉਹ ਤਾਂ ਟੂ ਲੇਟ ਆ ਨਾ। ਸਾਨੂੰ ਇਹ ਪਰ ਲੱਭਣਾ ਚਾਹੀਦਾ ਕਿ ਪਹਿਲਾਂ ਉਹ ਕਾਰਨ ਕਿਉਂ ਹੋਇਆ, ਕਿਸ ਤਰ੍ਹਾਂ ਅਸੀਂ ਬਚਾ ਸਕਦੇ। ਸੋ ਇਹ ਬਹੁਤ ਕੰਮ ਕਰਨ ਦੀ ਲੋੜ ਆ, ਭਾਈਚਾਰੇ 'ਚ ਵੀ ਕੰਮ ਕਰਨ ਦੀ ਲੋੜ ਹੈ। ਸਾਨੂੰ ਸਿਆਸਤਦਾਨਾਂ ਨੂੰ, ਕਾਨੂੰਨੀ ਤੌਰ 'ਤੇ ਸਰਕਾਰ ਨੂੰ, ਸਾਰਿਆਂ ਨੂੰ ਕਰਨਾ ਚਾਹੀਦਾ। ਪਰ ਸਭ ਤੋਂ ਪਹਿਲਾਂ ਸਾਨੂੰ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਆ ਕਿ ਉਹ ਨਹੀਂ, ਕੋਈ ਆਸ ਨਹੀਂ ਸੀ ਇਸ ਉਹ ਆਪਣੇ ਸੁਪਨੇ ਕੈਨੇਡਾ 'ਚ ਲੈ ਰਹੇ ਸੀ, ਆਜ਼ਾਦ ਲੈ ਰਹੇ ਸੀਗੇ, ਪੜ੍ਹਨ ਨੂੰ ਬੜੇ ਵਧੀਆ ਸੀਗੇ, ਸੰਸਾਰ ਨੂੰ ਬੈਕ ਦੇ ਰਹੇ ਸੀਗੇ, ਔਰ ਜਿਹੜੇ ਨਾਕੇ ਲੈ ਜਾਏ ਗਏ ਤਾਂ ਇੱਕ ਬੱਚਾ ਮਾਸੂਮ ਜਿਹੜਾ ਇਸ ਵੇਲੇ ਇੰਜਰਡ ਹੈਗਾ। ਅਸੀਂ ਹੋਰਾਂ ਦੇ ਦੁਆ ਕਰਦੇ, ਅਰਦਾਸ ਕਰਦੇ ਕਿ ਉਹ ਤੰਦਰੁਸਤ ਮੁੜ ਕੇ ਹੋਣ।
ਪਾਕਿਸਤਾਨ ਦੇ ਜਿਹੜੇ ਪੀਐਮ ਨੇ ਇਮਰਾਨ ਖਾਨ, ਉਹਨਾਂ ਨੇ ਉੱਥੋਂ ਸੁਨੇਹਾ ਭੇਜਿਆ। ਉਹ ਕਹਿੰਦੇ ਨੇ ਇਸਲਾਮ ਫੋਬੀਆ ਦੀ ਇਹ ਨਿਸ਼ਾਨੀ ਹੈ, ਸੋ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹ ਇਸ ਨੂੰ ਖਤਮ ਕਰਨ ਦੇ ਲਈ ਹੰਭਲਾ ਮਾਰੇ। ਕਿੱਥੇ ਕਮੀ ਰਹਿ ਜਾਂਦੀ ਹੈ, ਕਿਉਂ ਉੱਥੋਂ ਵੀ ਸੁਨੇਹਾ ਪਹੁੰਚਾਉਣਾ ਪਿਆ, ਕਿਉਂਕਿ ਕਿੰਨੀਆਂ ਘਟਨਾਵਾਂ ਹੁਣ ਤੱਕ ਰਣਦੀਪ ਸਰਾਏ ਜੀ ਵਾਪਰ ਚੁੱਕੀਆਂ ਨੇ। ਹਾਂਜੀ, ਨਹੀਂ ਅਸੀਂ ਦੱਸੋ, ਅਸੀਂ ਤਦੇ ਇਸੇ ਕਰਕੇ ਪਹਿਲਾਂ ਵੀ ਸਟੱਡੀ ਕਰਵਾਈ ਆ ਅਸੀਂ, ਜਦੋਂ ਮੌਸਕ ਦਾ ਸਿਚੁਏਸ਼ਨ ਆਈ ਸੀ ਜਿੱਥੇ, ਉਸ ਤੋਂ ਬਾਅਦ ਹੀ ਇਸਲਾਮਿਕ ਫੋਬੀਆ, ਔਰ ਬੜਾ ਨਫ਼ਰਤ ਉਦੋਂ ਵੀ ਕਈ ਆਪੋਜੀਸ਼ਨ ਪਾਰਟੀਆਂ ਨੇ ਵੋਟ ਨਹੀਂ ਉਹਦੀ ਪਾਈ, ਬੜਾ ਕੁਛ ਸਾਨੂੰ ਉਹਦੇ ਨਾਲ ਸਾਹਮਣਾ ਕਰਨਾ ਪਿਆ, ਪਰ ਅਸੀਂ ਫੇਰ ਵੀ ਉਹ ਸਟੱਡੀ ਕਰਵਾਈ। ਉਹਦੇ ਵਿੱਚ 25-30 ਰეკਮੈਂਡੇਸ਼ਨਾਂ ਕੀਤੀਆਂ, ਅਸੀਂ ਉਹ 'ਤੇ ਪਾਲ ਕਰ ਰਹੇ ਹਾਂ, ਆਸ ਕਰਦੇ। ਪਰ ਇਹ ਜਦੋਂ ਆਪਾਂ ਪ੍ਰੀਵੈਂਸ਼ਨ ਦਾ ਇੰਟਰਵੈਂਸ਼ਨ ਕਰਨਾ, ਇਹਦਾ ਸਮਾਂ ਲੱਗਦਾ ਹੁੰਦਾ ਸੰਸਾਰ ਨੂੰ। ਜਿੱਥੇ ਅਸੀਂ ਇੰਨੇ ਸਦੀਆਂ ਦੇ ਵਿੱਚ ਸਾਡੇ ਮਾਂ ਪੇ ਦਾਦੇ ਪੜਦਾਦਿਆਂ ਨੇ ਬੜੇ ਕਸ਼ਟ ਕੀਤੇ ਕੈਨੇਡਾ 'ਚ ਰੇਸਿਜ਼ਮ ਖਤਮ ਕਰਨ ਵਾਸਤੇ, ਜਦੋਂ ਮੁੜ ਕੇ ਅੱਗ ਇਹ ਵਲਦੀ, ਇਹਨੂੰ ਠੰਡ ਪਾਉਣ ਲਈ ਕਾਫੀ ਕੁਛ ਕਰਨਾ ਪੈਂਦਾ। ਸੋ ਇਹ ਸਕੂਲਾਂ 'ਚ ਕਰਨਾ ਪੈਂਦਾ। ਮੈਂ ਜਿੱਥੇ ਟਰੰਪ ਦੀ ਗੱਲ ਦੱਸੀ ਸੀ, ਉਹਦਾ ਇਹ ਮੀਨ ਸੀਗਾ ਕਿ ਜਦੋਂ ਲੀਡਰਸ਼ਿਪ ਬੋਲਣ ਲੱਗ ਪਵੇ ਗੱਲ ਸ਼ਰਧਾਵਲੀ, ਫਿਰ ਉਦੋਂ ਲੋਕਾਂ ਨੂੰ ਇਜਾਜ਼ਤ ਮਿਲ ਜਾਂਦੀ ਹੈ ਕਿ ਅਸੀਂ ਵੀ ਉਸ ਤਰ੍ਹਾਂ ਐਕਟ ਕਰ ਸਕੀਏ। ਜਿਵੇਂ ਟੀਚਰ ਦੀ ਬੋਲੀ ਅਤੇ ਸਟੂਡੈਂਟ ਦੀ ਬੋਲੀ ਹਮੇਸ਼ਾ ਵੱਖਰੀ ਹੁੰਦੀ ਆ, ਇਸੇ ਤਰ੍ਹਾਂ ਲੀਡਰਸ਼ਿਪ ਦੇ ਵਿੱਚ ਵੀ ਉਹੀ ਕੰਟਰੋਲ ਚਾਹੀਦਾ। ਇਹ ਉਹਨੇ ਨਹੀਂ ਕੰਟਰੋਲ ਕੀਤਾ, ਪਰ ਅਸੀਂ ਕੈਨੇਡਾ ਸਾਈਡ 'ਤੇ ਤਾਂ ਜ਼ਰੂਰ ਕੀਤਾ, ਪਰ ਅਨਫੋਰਚੁਨੇਟਲੀ ਸਾਡੇ ਮੀਡੀਆ, ਸਾਡਾ ਨਿਊਜ਼ ਸੈਂਟਰ ਉਹ ਬੜੇ ਮਿਕਸਡ ਆ, ਇਸ ਕਰਕੇ ਬਹੁਤ ਸਪਿਲ ਓਵਰ ਇਫੈਕਟ ਹੋਇਆ, ਡੈਮੇਜ ਬਹੁਤ ਹੋਇਆ। ਥੈਂਕ ਯੂ ਜੀ। ਸੋ BCMA ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਵੀ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ। ਸਰ, ਜਿਸ ਤਰੀਕੇ ਨਾਲ ਕਮਿਊਨਿਟੀ ਦੇ ਨਾਲ, ਖਾਸ ਕਰਕੇ ਮੁਸਲਿਮ ਕਮਿਊਨਿਟੀ ਦੇ ਨਾਲ ਜੋ ਹੋਇਆ, ਬੜੀ ਨਿੰਦਣਯੋਗ ਘਟਨਾ ਹੈ। ਤੁਸੀਂ ਵੀ ਇੱਥੇ ਪਹੁੰਚੇ ਹੋ, ਕੀ ਕਹਿਣਾ ਚਾਹੋਗੇ ਇਸ ਘਟਨਾ ਨੂੰ ਲੈ ਕੇ? देखो जी, ये एक बड़ी ये एक अफसोसनाक खबर है जिसका कोई हम इमेजिन नहीं कर सकते और सब लोग नहीं इमेजिन कर सकते। पूरी दुनिया जो है वो इसका सोग मना रही है, और ख़ासकर जी जब कोई आदमी बेगुनाह और पूरी फैमिली के साथ जब इस किस्म का सान्या हो जाए जी, तो वो एक बड़ी दिल बर्दाश्ता चीज़ जो है ना, वो किसी के कंट्रोल में भी नहीं है। अभी आप देखें कि इसको इस तरीके से देखना चाहिए जैसे कि कोई अपनी फैमिली लेकर जा रहा है और कोई आदमी आकर तो उनको मर्डर कर दे, कत्ल कर दे। जब किसी ने एक कत्ल किया ना जी, उसने पूरी इंसानियत का कत्ल किया। तो ये जो है, ये अभी हमारे मुसलमानों के साथ ये इससे पहले भी हुआ है, जिसकी मैं पहले भी तमाम चैनलों के ऊपर बता चुका हूँ। अभी मैं बताना चाहता हूँ कि कुछ अर्सा पहले हमारी मॉन्ट्रियल मास्क जो है उसमें भी ऐसे मर्डर हुए हैं, जिनका जो है वो ठीक है, प्रोसीजर तो चल रहा है, लेकिन इसके लिए जितनी देर तक कोई प्रॉपर इंतज़ाम ना किया जाए कैनेडियन गवर्नमेंट की तरफ से, क्योंकि कनाडा एक पीसफुल कंट्री है, इसमें इस किस्म की घटनाएं जो हैं वो जगह ही नहीं है बिल्कुल। और आप ये देखें कि चलो ये एक ऐसी चीज़ है ना जी, जैसे हमारा ट्रेडिशन है, हमारा एक रस्म रवाज है कि जैसे हमारे सिख भाई हैं वो टर्बन पहनते हैं, हम अपनी टोपी रखते हैं, हमारी पहचान जो है कल्चर भी है, रिलीजियस भी है। देखें जी, ये जितनी चीज़ें जो है ना, इनको सदियों तक हम इग्नोर नहीं कर सकते। तो इसके लिए मैं ये गुजारिश करता हूँ कैनेडियन गवर्नमेंट के लिए कि कोई मजबूत किस्म का कदम उठाया जाए, और ये जो इस्लामिक फोबिया का जो थब्बा है, जो स्टैंप लगी हुई है, ये एक ड्रामाबाजी है, इसको लीगली तरीके से बंद किया जाए कि कोई आदमी इसका नाम लेना जो है वो भी गवारा ना करे। आपको लगता है कि कहीं ना कहीं कमी तो है? सरकार तो हर बार दावा करती है कि इस्लाम फोबिया को ख़त्म करने के लिए हम काम कर रहे हैं, अभी भी इस घटना के बाद भी यही बात कही जा रही है कि इसको ख़त्म करने के लिए काम किया जाएगा, इस नफ़रत के लिए कोई कनाडा में जगह नहीं है। सो पॉलिटिशियंस जो अपना काम हमेशा करते हैं वो अब भी वही कर रहे हैं। आपको लगता है कि स्ट्रॉन्ग तरीके से कम्युनिटी को भी आगे आने की ज़रूरत है, और भी इस कम्युनिटी साथ में लेके चलना पड़ेगा, तभी जाके सरकारें भी जागेगी और तभी जाके वो इस मामले को सीरियसली लेंगी? देखें जी, हमारी कम्युनिटी अगर जिस तरीके से आज भी जमा हुई है, पहले भी जमा होती है, बातों से कोई बात नहीं बनती, चाहे जितनी मर्जी कर दें। आज एक सान्या हुआ, हम उसके बारे में डिस्कस करेंगे, कुछ अरसे के बाद कोई और चीज़ होगी, लेकिन जिस वक्त तक हम इसको प्रॉपर तरीके से इसको ख़त्म नहीं कर सकते, असम्बली में, कोर्ट में, हर जगह में, ये जो है ना, ये एक सज़ा होनी चाहिए इन चीज़ों के लिए कि यहाँ इन चीज़ों की कोई इजाज़त नहीं है। हम एक मल्टी कल्चर सोसाइटी के अंदर एक डर और खौफ, अब आप देखें कि किसी कॉर्नर में भी हमारे बच्चे जो हैं वो महफूज नहीं है, बाहर निकलने से डर लगता है। पैंडेमिक तो एक खुदा की तरफ से एक चीज़ है जो चली जाएगी, लेकिन ये जो वबा चल पड़ी है जी, इसका कोई लाया अमल जो है वो जिस तरीके से, इसकी कोई वैक्सीन नहीं है। ये जितनी देर तक हमारी गवर्नमेंट और जो सिटिंग हमारे MP MLA जितने भी हैं वो अगर पूरे तरीके से इसकी आवाज़ नहीं उठाते और इसको प्रॉपर तरीके से अगर इसको बंद नहीं करते, तो
मेरे ख्याल में ये चीज़ जो है जी ये फॉर एवर ऐसे ही रहेगी। प्रॉमिस होंगे, वादे होंगे, जैसे पहले भी होते हैं अब भी होंगे, लेकिन ये इस चीज़ का कोई सलूशन नहीं है, कोई हल। मुस्लिम कम्युनिटी की तरफ से आगे की रणनीति जो है वो क्या बनाई जा रही है, किस तरीके से? अगर सरकारें अभी भी वही ढीला रवैया जो हमेशा रखती हैं अभी भी अगर वही रखती रहीं तो फिर क्या आगे की कोई स्ट्रैटेजी प्लान की गई है? जी जी, वो स्ट्रेटेजी प्लान यही है जी कि एक सिर्फ मुस्लिम कम्युनिटी तो कुछ भी नहीं कर सकती, जितनी कम्युनिटी में आउट कंट्री से आई हैं हम सबको इकट्ठे होकर एक आवाज़ उठानी चाहिए और इनके ख़िलाफ़ आवाज़ उठानी चाहिए। और देखें हर रिलीजियस जो है ना जी, मैं यहाँ बताना चाहूँगा आपको कि वो बहुत पीस का, अमन का, शांति का, और इस्लामिक फोबिया ये जो स्टैंप लगी हुई है ये एक सारी ड्रामाबाजी है। हम कुरान पाक हमारी मुक़द्दस किताब है उसके ऊपर हम यकीन करते हैं और हमारी मुक़द्दस किताब में ये चीज़ है कि इंसानों की मदद करो, ना कि इंसानों को कत्ल करो और ना कि इंसानों को मारो। इवन दो कि हमें तो पड़ोस के बारे में भी पूछा जाएगा कि कोई ज़रूरी नहीं कि तुम्हारा कोई रिश्तेदार पड़ोस में हो, जो भी हो उसका भी आपने उसी तरीके से ख्याल रखना है जैसे आपने भाई का रखना है। तो पीसफुल तरीके से रहना चाहते हैं, पीसफुल तरीके से दुनिया में रहना चाहिए। और मैं कहता हूँ सबसे बड़ी इंसानियत यही है कि एक दूसरे का ख्याल रखा जाए और इस किस्म की जो अफसोसनाक वाक़िए हैं इनको ख़त्म किया जाए। और ख़त्म हमारी गवर्नमेंट ही कर सकती है और लॉ के ज़रिए कर सकती है, कानून के ज़रिए ही कर सकती है। यू वेरी वेलकम। सो कम्युनिटी ਇੱਥੇ ਇਹ ਗੱਲ ਕਹਿ ਰਹੀ ਹੈ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਨੂੰ ਠੱਲ ਪੈ ਜਾਏ ਤੇ ਸਰਕਾਰਾਂ ਸਿਰਫ ਦਾਅਵੇ ਹੀ ਨਾ ਕਰਨ, ਸਰਕਾਰਾਂ ਇਹਦੇ ਵਾਸਤੇ ਕੋਈ ਅਜਿਹੀ ਪਲਾਨਿੰਗ ਕਰਨ, ਅਜਿਹੀ ਸਖਤੀ ਦੇ ਨਾਲ ਇਸ ਦੇ ਲਈ ਕੋਈ ਕਾਨੂੰਨ ਲਿਆਉਣ ਜਿਸ ਨਾਲ ਇਸ ਤਰ੍ਹਾਂ ਦੇ ਗੁਨਾਹ ਕਰਨ ਵਾਲਿਆਂ ਨੂੰ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਤੇ ਨਾ ਕਿਤੇ ਜਿਹੜੀ ਹੈ ਉਹ ਡਰ ਉਹਨਾਂ ਦੇ ਅੰਦਰ ਪੈਦਾ ਹੋ ਸਕੇ, ਉਹ ਖੌਫ ਉਹਨਾਂ ਦੇ ਅੰਦਰ ਪੈਦਾ ਹੋ ਸਕੇ। ਸੋ ਅੱਜ ਵੀ ਇਸੇ ਲਈ ਕਮਿਊਨਿਟੀ ਦੇ ਲੋਕ ਇਕੱਠੇ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਕਾਨੂੰਨ ਜਿਹੜਾ ਉਹ 'ਚ ਸਖਤੀ ਲਿਆਉਣ ਦੀ ਲੋੜ ਹੈ ਤੇ ਜੇ ਸਾਰੀਆਂ ਕਮਿਊਨਿਟੀਆਂ ਮਿਲ ਕੇ ਇਸ ਸੰਬੰਧੀ ਆਵਾਜ਼ ਚੁੱਕਣਗੀਆਂ ਤਾਂ ਹੀ ਜਿਹੜੀਆਂ ਨੇ ਸਰਕਾਰਾਂ ਵੀ ਜਾਗਣਗੀਆਂ, ਤਾਂ ਹੀ ਸਰਕਾਰਾਂ ਦੇ ਬੂਹਿਆਂ ਦੇ ਤੱਕ ਨੌਕ ਹੋਏਗੀ ਤੇ ਸਰਕਾਰ ਸਿਰਫ ਟੇਬਲ ਖੜਕਾਉਣ ਤੱਕ ਜਾਂ ਮੋਸ਼ਨ ਲਿਆਉਣ ਤੱਕ ਸੀਮਿਤ ਨਹੀਂ ਰਹੇਗੀ, ਬਲਕਿ ਇਸ ਦੇ ਲਈ ਸਖਤੀ ਦੇ ਨਾਲ ਕੋਈ ਅਜਿਹਾ ਕਾਨੂੰਨ ਲਿਆਏਗੀ ਜਿਸ ਨਾਲ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਡਰ ਪੈਦਾ ਹੋਵੇ, ਖੌਫ ਪੈਦਾ ਹੋਵੇ। ਸੋ ਫਿਲਹਾਲ ਇੰਨਾ ਹੀ ਅਪਡੇਟ ਦੇ ਵਿੱਚ। ਇਸ ਤੋਂ ਇਲਾਵਾ ਇਸ ਨੂੰ ਲੈ ਕੇ ਕੋਈ ਵੀ ਅਪਡੇਟ ਆਇਆ ਤਾਂ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਜ਼ਰੂਰ ਕਰਦੇ ਰਹਾਂਗੇ। ਉਹ ਅਪਡੇਟ ਚੈਨਲ ਪੰਜਾਬੀ ਦੇ ਹਰ ਮਾਧਿਅਮ ਤੋਂ ਤੁਸੀਂ ਦੇਖ ਸਕਦੇ ਹੋ, ਚਾਹੇ ਫੇਸਬੁੱਕ ਪੇਜ ਦੇ ਉੱਤੇ ਨਾਲ ਜੁੜ ਸਕਦੇ ਹੋ ਤੇ ਚਾਹੇ ਤੁਸੀਂ ਟੀਵੀ ਜ਼ਰੀਏ ਦੇਖ ਸਕਦੇ ਹੋ। ਸੋ ਫਿਲਹਾਲ ਦੇ ਲਈ ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।